ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ। ਕਦੇ ਕਦੇ ਆਪਣੀਆਂ ਖਬਰਾਂ ਦਾ ਪਿੱਛਾ ਕਰਨਾ ਵੀ ਚੰਗਾ ਚੰਗਾ ਲੱਗਦਾ ਹੈ। ਕੱਲ ਅਸੀਂ ਗਵਰਨਰ ਸਾਹਿਬ ਦੇ ਸਰਹੱਦੀ ਏਰੀਆਜ਼ ਦਾ ਦੌਰਾ ਰਿਪੋਰਟ ਕੀਤਾ ਸੀਗਾ, ਔਰ ਨਾਲ ਦੀ ਨਾਲ ਅਸੀਂ ਪੰਜਾਬ ਦੇ ਚੀਫ ਸੈਕਟਰੀ ਜਿਹੜੇ ਕਿ ਕੱਲ ਗਵਰਨਰ ਸਾਹਿਬ ਦੇ ਨਾਲ ਬੈਠੇ ਹੋਏ ਸੀ, ਉਹਨਾਂ ਦੀ ਸੇਵਾ ਮੁਕਤੀ ਵਿਦਾਇਗੀ ਦਾ ਜ਼ਿਕਰ ਕੀਤਾ ਸੀ। ਇਹਦੇ ਤੇ ਗੱਲ ਥੋੜੀ ਜੀ ਅਹਿਮ ਹੋ ਗਈ, ਅੱਗੇ ਵਧਾਉਂਦੇ ਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਟਿੱਪਣੀ ਕੀਤੀ ਆ, ਔਰ ਬੜੀ ਸਾਰਥਕ ਟਿੱਪਣੀ ਆ, ਕਿ ਗਵਰਨਰ ਸਾਹਿਬ ਚੁਣੀ ਹੋਈ ਸਰਕਾਰ ਦਾ ਕੰਮ ਕਿਉਂ ਕਰੀ ਜਾਂਦੇ ਹੋ, ਤੁਹਾਡੇ ਤੋਂ ਪਹਿਲੇ ਕਿੰਨਾ ਕੁ ਕਰਦੇ ਰਹੇ। ਦੂਜਾ ਮਾਮਲਾ, ਅਸੀਂ ਜਦੋਂ ਇਹ ਕਹਿ ਰਹੇ ਸੀਗੇ ਕਿ 30 ਜੂਨ ਬਹੁਤ ਨੇੜੇ ਨੇੜੇ ਸਰਕਦਾ ਹੈ, ਤੇ ਕੱਲ ਇੱਕ ਇਸ਼ਤਿਹਾਰ ਨਿਕਲਦਾ, ਪੀਪੀਐਸਸੀ ਦੇ ਚੇਅਰਮੈਨ ਦੀ ਅਸਾਮੀ ਕੱਢੀ ਜਾਂਦੀ ਹੈ। ਐਵੇਂ ਮੱਥਾ ਜਿਹਾ ਠਣਕਦਾ ਹੈ ਕਿ ਕੀ ਅਗਲੇ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਜਿਨ੍ਹਾਂ ਨੇ ਐਸਡੀਐਮ ਡੀਐਸਪੀ ਤੇ ਹੋਰ ਜੱਜ ਲਾਉਣੇ ਹੁੰਦੇ ਆ, ਕੀ ਉਹ ਜੰਜੂਆ ਸਾਹਿਬ ਹੋਣਗੇ। ਚਲੋ ਇਹ ਸਾਡੀਆਂ ਦੋ ਖਬਰਾਂ ਸੀ, ਹੁਣ ਉਹ ਤੋਂ ਅੱਗੇ ਚੱਲਦੇ ਆ। ਪੰਜਾਬ ਦੇ ਵਿੱਚ ਸਰਕਾਰ ਦੇ ਨਜ਼ਰੀਏ ਤੋਂ ਇੱਕ ਦੂਜਾ ਧਰੋਵ ਹੈ, ਇੱਕ ਦੂਜਾ ਪਾਵਰ ਸੈਂਟਰ ਰਾਘਵ ਚੱਡਾ ਮੰਨੇ ਜਾਂਦੇ ਆ। ਰਾਘਵ ਚੱਡਾ ਨੂੰ ਜਿਹੜਾ ਬੰਗਲੋ ਅਲਾਟ ਹੋਇਆ, ਜਿਹੜਾ ਉਹਨਾਂ ਨੂੰ ਮਕਾਨ ਮਿਲਿਆ ਬਤੌਰ ਐਮਪੀ, ਵੱਡਾ ਮਕਾਨ ਹੈ, ਛੱਡਣਾ ਪੈ ਰਿਹਾ। ਕਿਉਂ ਛੱਡਣਾ ਪੈ ਰਿਹਾ? ਹਾਲਾਂਕਿ ਪੰਜਾਬ ਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਬਣਾਇਆ ਸੀ, ਜਿਹਦੇ ਚੇਅਰਮੈਨ ਉਹਨਾਂ ਨੂੰ ਲਾਇਆ ਗਿਆ ਸੀ, ਉਹ ਕੋਰਟਾਂ 'ਚ ਰੁਲ ਗਿਆ, ਉਹ ਰਾਵਾਂ 'ਚ ਰਹਿ ਗਿਆ। ਹਾਲਾਂਕਿ ਅਧਿਕਾਰਤ ਤੌਰ ਤੇ ਅਜੇ ਵੀ ਉਹਨਾਂ ਕੋਲ ਅਖਤਿਆਰ ਹੈ ਨਹੀਂ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 2 'ਚ ਕੋਠੀ ਮਿਲੇ। ਵੈਸੇ ਰੌਲੇ ਪੈਂਦੇ ਆ ਕਿ ਮੁੱਖ ਮੰਤਰੀ ਦੇ ਖਾਤੇ 'ਚੋਂ ਇੱਕ ਕੋਠੀ ਉਹਨਾਂ ਦੇ ਨਾਂ ਬੋਲਦੀ ਆ, ਪਰ ਨਾਂ ਤਾਂ ਬੋਲ ਨਹੀਂ ਸਕਦੀ। ਖੈਰ, ਇਹਨੂੰ ਅੱਗੇ ਵਧਾਉਂਦੇ ਆ। ਤੀਜੀ ਖਬਰ ਬਹੁਤ ਅਹਿਮ, ਲੰਘੀ ਸ਼ਾਮ ਬਲਵੰਤ ਸਿੰਘ ਰਾਜੋਆਣਾ, ਜਿਹੜਾ ਕਿ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਸਜ਼ਾ ਯਾਫਤਾ ਨੇ, ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ, ਉਹਦੇ ਵੱਲੋਂ ਇੱਕ ਫੇਸਬੁੱਕ ਪੋਸਟ ਪਾਈ ਜਾਂਦੀ ਹੈ, ਜਿਹਦੇ ਤੇ ਉਹ ਸਿੰਘ ਸਾਹਿਬ ਨੂੰ ਸੰਬੋਧਿਤ ਹੁੰਦੇ। ਇਹ ਬੜਾ ਦਿਲਚਸਪ ਜਿਹਾ ਇੱਕ ਇਹ ਲਿਖਤ ਹੈ, ਜਿਹੜੀ ਰਾਜੋਆਣਾ ਦੇ ਹਵਾਲੇ ਨਾਲ ਪਾਈ ਗਈ ਆ। ਸਿੰਘ ਸਾਹਿਬ ਦੇ ਅੱਗੇ ਸਵਾਲ ਰੱਖਤਾ ਗਿਆ ਵੀ ਤੁਸੀਂ ਛਕੋ ਲੱਡੂ, ਮਨਾਓ ਖੁਸ਼ੀਆਂ। ਖੈਰ, ਇਹਦੇ ਤੇ ਜਾਂਦੇ ਆ। ਐਮਐਸਪੀ ਦਾ ਮਾਮਲਾ, ਘੱਟੋ ਘੱਟ ਖਰੀਦ ਮੁੱਲ ਇਹ ਨਿਰਧਾਰਿਤ ਕੀਤੇ ਗਏ ਆ, 10% ਵਾਧਾ ਕਰਤਾ ਗਿਆ। ਵੈਸੇ ਤਾਂ ਖੁਸ਼ੀ 'ਚ ਭੰਗੜੇ ਪੈਣੇ ਚਾਹੀਦੇ ਆ ਕਿ ਇਲੈਕਸ਼ਨ ਈਅਰ ਤੋਂ ਪਹਿਲਾਂ ਇਹ ਕਾਫੀ ਵੱਡਾ ਵਾਧਾ ਹੈ, ਪਰ ਮੈਨੂੰ ਇੰਦਰਪ੍ਰੀਤ ਜੀ ਦੀ ਟਿੱਪਣੀ ਚੰਗੀ ਲੱਗੀ। ਕਹਿੰਦੇ 10 ਕਿਉਂ, 30 40 50% ਕਰ ਦਿੰਦੇ, ਕਿਹੜੀਆਂ ਬਹੁਤੀਆਂ ਫਸਲਾਂ ਆਪਾਂ ਖਰੀਦਣੀਆਂ ਨੇ। ਚੰਨੀ ਸਾਹਿਬ ਦੇ ਭਾਣਜੇ ਨੂੰ 2 ਸਕਾਟ ਗੱਡੀਆਂ ਤੇ ਦਰਜਨ ਤੋਂ ਵੱਧ ਗਨਮੈਨ ਕਿਸ ਹੈਸੀਅਤ 'ਚ ਮਿਲੇ ਸੀ, ਵਿਜੀਲੈਂਸ ਜਾਂਚ ਕਰਨ ਲੱਗੀ। ਕੱਲ ਭਗਵੰਤ ਮਾਨ ਨੇ ਜਿਹੜਾ ਵਿਰੋਧੀ ਦਲਾਂ ਦੇ ਆਗੂਆਂ ਨੂੰ ਨਿਸ਼ਾਨੇ ਤੇ ਲਿਆ, ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਆ, ਪੰਜਾਬ ਦੇ ਲੀਡਿੰਗ ਨਿਊਜ਼ਪੇਪਰ ਇਸ ਨੂੰ ਛਾਪਣ ਤੋਂ ਸਮਰਥ ਲੱਗੇ। ਸਾਰੀਆਂ ਅੰਗਰੇਜ਼ੀ, ਹਿੰਦੀ ਔਰ ਪੰਜਾਬੀ ਦੀਆਂ ਅਖਬਾਰਾਂ ਨੇ ਇਹਨੂੰ ਪ੍ਰਮੁਖਤਾ ਨਹੀਂ ਦਿੱਤੀ। ਮੇਰੇ ਖਿਆਲ ਇਹ ਵੀ ਕਾਫੀ ਅਹਿਮ ਸ਼ੀਸ਼ਾ ਹੈ ਵਿਰੋਧੀ ਦਲਾਂ ਨੂੰ ਤੇ ਸੱਤਾਧਾਰੀਆਂ ਨੂੰ ਕਿ ਲੈਵਲ ਬਣਾ ਕੇ ਰੱਖੋ, ਮਿਆਰ ਤੋਂ ਥੱਲੇ ਨਾ ਆਓ, ਇੰਨੇ ਨਿੱਜ ਤੇ ਨਾ ਜਾਓ ਕਿ ਲੋਕ ਤੁਹਾਨੂੰ। ਖੈਰ, ਆਪਾਂ ਇੱਥੇ ਗੱਲ ਕਿਉਂ ਕਰਨੀ ਹੈ, ਬਾਜਵਾ ਨੇ ਵੀ ਕੱਲ ਕੁਝ ਸਵਾਲ ਉਠਾਏ ਆ ਤੇ ਚੰਨੀ ਨੇ ਵੀ ਉਠਾਏ ਆ। ਬਾਜਵਾ ਦੇ ਸਵਾਲ ਜਾਇਜ਼ ਨੇ ਕਿ ਕੇਜਰੀਵਾਲ ਸਾਹਿਬ ਨੇ ਦਲਿਤ ਡੈਪਟੀ ਸੀਐਮ ਲਾਉਣ ਦੀ ਗੱਲ ਕੀਤੀ ਸੀ, ਤੇ ਚੰਨੀ ਦਾ ਸਵਾਲ ਜਾਇਜ਼ ਆ ਕਿ ਜਿਹੜਾ ਤੁਹਾਡਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਇਹਦੇ ਵਿੱਚ ਇੱਕ ਵੀ ਵਕੀਲ ਐਸਸੀ ਕਿਉਂ ਨਹੀਂ, ਤੁਹਾਡੇ ਹੇਜ ਪਿਆਜ ਨੰਗੇ ਕਿਉਂ ਹੋ ਰਹੇ ਆ। ਖੈਰ, ਇਹ ਉਹਨਾਂ ਦੀਆਂ ਗੱਲਾਂ ਉੱਤੇ ਜਾਂਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਗਵਰਨਰ ਪੰਜਾਬ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਸੀਗੇ, ਸਖਤ ਸੀਗੇ ਉਹ ਗਵਾਂਢੀ ਦੇਸ਼ ਨੂੰ ਲੈ ਕੇ ਵੀ ਉਹ ਨਸ਼ੇ, ਉਹ ਸਾਡੇ ਕੋਲ ਹਥਿਆਰਾਂ ਦੀਆਂ ਖੇਪਾਂ, ਅੱਤਵਾਦ। ਪਰ ਨਾਲ ਦੀ ਨਾਲ ਜਿਹੜਾ ਸ਼ੀਸ਼ਾ ਡਾਕਟਰ ਬਲਬੀਰ ਵਿਖਾ ਰਿਹਾ ਕਿ ਗਵਰਨਰ ਸਾਹਿਬ ਚੁਣੀ ਸਰਕਾਰ ਦਾ ਕੰਮ ਕਾਹਤੋਂ ਕਰਨੇ ਹੋ, ਪਹਿਲੇ ਕਿੰਨਾ ਕੁ ਕਰਦੇ ਰਹੇ। ਇਸ ਛੋਟੀ ਟਿੱਪਣੀ ਦੇ ਅਰਥ ਬੜੇ ਵੱਡੇ ਆ ਕਿ ਕੀ ਗਵਰਨਰ ਸਾਹਿਬ ਅਧਿਕਾਰਤ ਨੇ ਐਸੇ ਦੌਰਿਆਂ ਲਈ। ਰੰਧਾਵਾ ਸਾਹਿਬ, ਜਿਹੜੀ ਗੱਲ ਡਾਕਟਰ ਬਲਬੀਰ ਨੇ ਕੱਲ ਕਹੀ ਹੈ, ਇਹੀ ਆਪਾਂ 2 ਵਾਰੀ ਇਸ ਪ੍ਰੋਗਰਾਮ 'ਚ ਡਿਸਕਸ ਕਰ ਚੁੱਕੇ ਹਾਂ ਵੀ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ ਕੰਮ ਕਰਨਾ। ਜਿਹੜੇ ਗਵਰਨਰ ਸਾਹਿਬ ਇਹ ਕੰਮ ਕਰ ਰਹੇ ਨੇ, ਇਹ ਮੈਨੂੰ ਲੱਗਦਾ ਚੁਣੀ ਹੋਈ ਸਰਕਾਰ ਦਾ ਨਹੀਂ ਹੈ। ਮੈਂ ਪਹਿਲਾਂ ਵੀ ਇੱਕ ਵਾਰ ਸ਼ਾਇਦ ਉਦਾਹਰਣ ਦਿੱਤੀ ਸੀ ਕਿ ਪਿਛਲੀ ਸਰਕਾਰ ਵੇਲੇ, ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀਪੀ ਸਿੰਘ ਬਦਨੌਰ ਨੇ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਹਾਲਾਂਕਿ ਉਹਨਾਂ ਦੇ ਰਿਲੇਸ਼ਨ ਬਹੁਤ ਅੱਛੇ ਸੀ ਬਦਨੌਰ ਸਾਹਿਬ ਨਾਲ, ਪਰ ਫਿਰ ਵੀ ਕੈਪਟਨ ਸਾਹਿਬ ਨੇ ਇਸ ਗੱਲ ਤੇ ਇਤਰਾਜ਼ ਕੀਤਾ ਸੀ ਕਿ ਤੁਸੀਂ ਸਿੱਧਾ, ਹਾਂ ਚੀਫ, ਮੈਨੂੰ ਯਾਦ ਆਇਆ, ਚੀਫ ਸੈਕਟਰੀ ਤੇ ਉਹਨਾਂ ਨੇ
ਡੀਜੀਪੀ ਨੂੰ ਕਾਲ ਕੀਤਾ ਸੀਗਾ, ਤਾਂ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰਨਾ ਹੈ ਵਾਇਆ ਮੇਰੇ ਕਰੋ, ਤੁਸੀਂ ਮੈਨੂੰ ਦੱਸੋ ਕਿ ਕੀ ਕਰਾਣਾ ਹੈ, ਤੁਸੀਂ ਅਧਿਕਾਰਿਤ ਨਹੀਂ ਹੈਗੇ ਇਸ ਗੱਲ ਦੇ। ਤਾਂ ਇਹ ਚੀਜ਼ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਡਾਇਰੈਕਟਲੀ ਹਜੇ ਤੱਕ ਸੀਐਮ ਨੇ ਨਹੀਂ ਕਹੀ, ਇਸ ਪ੍ਰੈਜ਼ੈਂਟ ਸੀਐਮ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਨਹੀਂ ਕਹੀ। ਠੀਕ ਹੈ ਕਿ ਕੱਲ ਉਹਨਾਂ ਦੇ ਇੱਕ ਮਿਨਿਸਟਰ ਨੇ ਜ਼ਰੂਰ ਕਹੀ ਸੀ, ਉਹ ਵੀ ਬਹੁਤ ਛੋਟੀ ਜਿਹੀ ਟਿੱਪਣੀ ਹੈ ਕਿ ਉਹਨਾਂ ਨੇ, ਕਿਉਂਕਿ ਉਹ ਵੀ ਪੱਤਰਕਾਰਾਂ ਦਾ ਸਵਾਲ ਸੀ ਕਿ ਤੁਸੀਂ ਉੱਤੇ ਕੀ ਟਿੱਪਣੀ ਕਰਨੀ ਹੈ ਵੀ ਗਵਰਨਰ ਸਾਹਿਬ ਸੀਮਾਵਰਤੀ ਜਿਹੜੇ ਜ਼ਿਲ੍ਹੇ ਹੈਗੇ ਨੇ ਉਹਨਾਂ ਦਾ ਦੌਰਾ ਕਰ ਰਹੇ ਆ, ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਤੁਸੀਂ ਉੱਤਰ ਗਵਰਨਰ ਸਾਹਿਬ ਤੋਂ ਲਓ, ਵੈਸੇ ਚੁਣੀ ਹੋਈ ਸਰਕਾਰ ਦੇ ਵਿੱਚ ਜਦੋਂ ਮਤਲਬ ਉਹ ਕੰਮ ਕਿਉਂ ਕਰ ਰਹੇ ਨੇ, ਪਿਛਲੀਆਂ ਕਿਹੜੀ ਗਵਰਨਰ ਇਹ ਜਿਹੇ ਨੇ ਜਿਹੜੇ ਜਾਂਦੇ ਰਹੇ ਨੇ। ਸੋ ਟਿੱਪਣੀ ਬਹੁਤ ਛੋਟੀ ਹੈ, ਲੇਕਿਨ ਇਹ ਠੀਕ ਹੈ ਇੱਕ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕੋਈ ਗਵਰਨਰ ਇਸ ਤਰ੍ਹਾਂ ਜਾਏ, ਉਹ ਠੀਕ ਜਿਹਾ ਨਹੀਂ ਲੱਗਦਾ। ਮਤਲਬ ਉਹ ਇੱਕ ਜਾਇਜ਼ ਨਹੀਂ ਹੈ, ਨੈਤਿਕ ਤੌਰ ਤੇ ਜਾਇਜ਼ ਨਹੀਂ ਹੈ। ਠੀਕ ਹੈ ਗਵਰਨਰ ਕੋਲ ਵੀ ਅਖਤਿਆਰ ਨੇ, ਉਹ ਜਾ ਸਕਦੇ ਆ, ਉਹ ਇਨਫੋਰਮ ਕਰਕੇ ਜਾ ਰਿਹਾ ਬਕਾਇਦਾ, ਪਰ ਬਾਰ-ਬਾਰ ਇਸ ਤਰ੍ਹਾਂ ਜੇ ਜਾਣਾ ਉਹਨਾਂ ਨੂੰ ਐਂ ਲੱਗਦਾ ਹੈ ਕਿ ਜਿਵੇਂ ਉਹ ਸਰਕਾਰ ਦੇ ਕੰਮਕਾਰ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਸੋ ਇਹ ਮੈਨੂੰ ਲੱਗਦਾ ਜਿਹੜੀ ਸਰਕਾਰ ਇਹ ਬਾਰ-ਬਾਰ ਕਹਿੰਦੀ ਹੈ, ਜਾਂ ਆਮ ਆਦਮੀ ਪਾਰਟੀ ਬਾਰ-ਬਾਰ ਕਹਿੰਦੀ ਹੈ ਕਿ ਬੀਜੇਪੀ ਗਵਰਨਰ ਦੇ ਰਾਹੀਂ ਇੱਥੇ ਰੂਲ ਕਰ ਰਹੀ ਹੈ, ਉਹ ਇੱਕ ਤਰ੍ਹਾਂ ਦਾ ਜਾਇਜ਼ ਜਿਹਾ ਹੀ ਲੱਗਦਾ ਫਿਰ ਕਿ ਹਾਂ ਉਹਨਾਂ ਦੇ ਵਾਇਆ ਉਹਨਾਂ ਦੇ ਰੂਲ ਕੁਝ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਬਾਕੀ ਅੱਜ ਜਿਹੜੇ ਗਵਰਨਰ ਸਾਹਿਬ ਦਾ ਦੇਖੋ, ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਹ ਬੜਾ ਇੰਪੋਰਟੈਂਟ ਟਾਈਮ ਹੈ, ਕਿਉਂਕਿ ਕੁਝ ਦੇਰ ਬਾਅਦ ਹੀ 10 ਵਜੇ ਦੇ ਕਰੀਬ ਗਵਰਨਰ ਸਾਹਿਬ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਹੁਣ ਸ਼ਾਇਦ ਪ੍ਰੈਸ ਕਾਨਫਰੰਸ ਕਰਨਗੇ। ਉੱਥੇ ਉਹਨੂੰ ਕੋਈ ਨਾ ਕੋਈ ਇਹੋ ਜਿਹੀ ਟਿੱਪਣੀ ਜ਼ਰੂਰ ਕਰਨਗੇ ਜਿਹੜੀ ਹਮੇਸ਼ਾ ਵਿਵਾਦਾਂ ਚ ਆਉਂਦੀ ਹੈ, ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੇ ਜਿਵੇਂ ਕਿਹਾ ਸੀਗਾ ਕਿ ਦੁਕਾਨਾਂ ਦੇ ਉੱਤੇ ਮਿਲਦਾ ਹੈ ਨਸ਼ਾ, ਤਾਂ ਐਤਕੀ ਕੀ ਕਰਨਗੇ, ਕਿਉਂਕਿ ਪਹਿਲੀ ਵਾਰ ਹੈ ਮੈਂ ਉਹਨਾਂ ਦੇ ਮੂੰਹ 'ਚ ਸੁਣ ਰਿਹਾ ਕਿ ਕ੍ਰਾਸ ਬਾਰਡਰ ਜਿਹੜਾ ਇਹ ਨਸ਼ਾ ਆ ਰਿਹਾ ਜਾਂ ਡਰੱਗ ਹਥਿਆਰ ਆ ਰਹੇ, ਉਹਨਾਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ। ਅਦਰਵਾਈਜ਼ ਪਿਛਲੀ ਵਾਰ 2 ਮੀਟਿੰਗਾਂ 'ਚ ਉਹਨਾਂ ਨੇ ਲਗਾਤਾਰ ਇੱਥੇ ਦੀ ਸਰਕਾਰ ਨੂੰ ਕਟਘਰੇ 'ਚ ਖੜਾ ਕੀਤਾ ਸੀ। ਇਸ ਵਾਰ ਕੱਲ ਤੱਕ ਤਾਂ ਇਹਨਾਂ ਨੇ ਇਹ ਜੀ ਕੋਈ ਟਿੱਪਣੀ ਨਹੀਂ ਕੀਤੀ, ਪਰ ਅੱਜ ਕਿਉਂਕਿ ਪ੍ਰੈਸ ਕਾਨਫਰੰਸ ਹੈ, ਉਹ ਸ਼ੁਰੂਆਤ ਹੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਅਗਲੇ ਜ਼ਿਲ੍ਹਿਆਂ ਵੱਲ ਵਧਣਗੇ, ਤਾਂ ਉੱਥੇ ਸ਼ਾਇਦ ਇਹ ਜ਼ਰੂਰ ਟਿੱਪਣੀ ਕੋਈ ਨਾ ਕੋਈ ਮੈਨੂੰ ਲੱਗਦਾ ਉਹ ਕਰਨਗੇ। ਦਰਅਸਲ ਯੂਨੀਵਰਸਿਟੀ ਦਾ ਜਿਹੜਾ ਗੈਸਟ ਹਾਊਸ ਹੈ ਬੜਾ ਸ਼ਾਨਦਾਰ ਬਣਿਆ ਹੋਇਆ, ਤੇ ਉਹਦੇ ਨਾਲ ਇੱਕ ਬਾਗ ਛੋਟਾ ਜਿਹਾ ਲਾਇਆ ਗਿਆ ਜਿਹਦੇ ਵਿੱਚ ਮੋਰਾਂ ਦੀ ਆਵਾਜ਼, ਕੋਇਲਾਂ ਦੀ ਕੂਕ, ਉਹ ਬੜਾ ਮਨਮੋਹਕ ਵਾਤਾਵਰਨ ਬਣਦਾ ਹੈ। ਉਹ ਦ੍ਰਿਸ਼ ਸਵੇਰ ਦੀ ਸੈਰ ਦੇ ਬੜੇ ਬਹੁਤ ਮੌਲਿਕ ਹੁੰਦੇ ਆ, ਬੜੇ ਵੱਖਰੇ ਤਰ੍ਹਾਂ ਦੇ ਹੁੰਦੇ ਆ। ਮੈਨੂੰ ਲੱਗਦਾ ਗਵਰਨਰ ਸਾਹਿਬ ਨੇ ਟਹਿਲਦਿਆਂ ਕੁਝ ਨਾ ਕੁਝ ਜਰਖੇਜ਼ ਆਈਡੀਆਜ਼ ਕੱਢੇ ਹੋਣਗੇ। ਡਾਕਟਰ ਬਲਬੀਰ ਦੀ ਟਿੱਪਣੀ ਦਾ ਜਵਾਬ ਵੀ ਸ਼ਾਇਦ ਪੱਤਰਕਾਰ ਮੰਗ ਲੈਣ, ਤੇ ਮੈਨੂੰ ਲੱਗਦਾ ਕਿ ਅੱਜ ਦਿਨ ਭਰ ਦਾ ਖਾਜਾ ਇਹ ਜਿਹੜਾ ਜਰਨਲਿਜ਼ਮ ਦਾ ਹੈਗਾ ਉਹ ਮਿਲ ਜਾਊਗਾ। ਸਰਕਾਰ ਵੱਲੋਂ ਫਿਰ ਰਿਐਕਸ਼ਨ 'ਚ ਟਿੱਪਣੀ ਆਊਗੀ, ਇਹ ਪਹਿਲਾਂ ਵੇਖਣਾ ਹੈ ਕਿ ਗਵਰਨਰ ਸਾਹਿਬ ਟਿੱਪਣੀ ਕਰਦੇ ਕਿ ਨਹੀਂ ਕਰਦੇ। ਖੈਰ ਮੈਂ ਇਹਦੇ ਤੇ ਅੱਗੇ ਤੁਰਾਂ। ਗਵਰਨਰ ਸਾਹਿਬ ਨੇ ਇਸ ਦੌਰੇ ਨਾਲ ਜਿਹੜਾ ਮੈਸੇਜ ਆਂਦਾ ਉਹ ਹੁੰਦਾ 2 ਪਾਵਰ ਸੈਂਟਰਸ ਦਾ। ਕਈ ਵਾਰੀ ਅਧਿਕਾਰੀ ਵੀ ਕਨਫਿਊਜ਼ ਹੋ ਜਾਂਦੇ ਆ। ਕੱਲ ਡੀਜੀਪੀ ਸਾਹਿਬ ਵੀ ਬਿਲਕੁਲ ਮੂਕ ਦਰਸ਼ਕ ਬਣ ਕੇ ਬੈਠੇ ਸੀ, ਮੈਨੂੰ ਲੱਗਦਾ ਚੀਫ ਸੈਕਟਰੀ ਸਾਹਿਬ ਵੀ ਮੂਕ ਦਰਸ਼ਕ ਬਣ ਕੇ ਬੈਠੇ ਸੀ, ਅੰਦਰੇ ਅੰਦਰ ਸੋਚ ਰਹੇ ਹੋਣੇ ਆ ਵੀ ਇਸ ਸਮੇਂ ਦੇ ਵਿੱਚ ਅਸਾਂ ਦਫ਼ਤਰ 'ਚ ਇਹ ਕੰਮ ਨਿਪਟਾਉਣੇ ਸੀ, ਜਾਂ ਇਹ ਮੀਟਿੰਗਾਂ ਰੱਦ ਕੀਤੀਆਂ, ਜਾਂ ਪਹਿਲਾਂ ਹੀ ਵੈਸੇ ਤਾਂ 2 ਹਫ਼ਤੇ 3 ਹਫ਼ਤੇ ਪਹਿਲਾਂ ਇਹ ਡਿਜ਼ਾਈਨ ਕਰਤਾ ਗਿਆ ਸੀ ਪ੍ਰੋਗਰਾਮ। ਖੈਰ ਇੱਕ ਦਿਨ ਬੜਾ ਕੀਮਤੀ ਹੁੰਦਾ। ਮੈਂ ਤੁਹਾਡੇ ਤੋਂ ਦੂਜੀ ਗੱਲ ਵੀ ਨਾਲ ਲੈ ਕੇ ਭਾਸਕਰ ਸਾਹਿਬ ਵੱਲ ਜਾਣਾ ਹੈ। ਰਾਘਵ ਚੱਡਾ ਨੂੰ ਕੋਠੀ ਦੇ ਕੇ ਲੈ ਲਈ ਵਾਪਸ, ਇਹ ਕੀ ਮਾਮਲੇ ਨੇ? ਇਸ ਤੋਂ ਪਹਿਲਾਂ ਮੈਨੂੰ ਚੀਫ ਸੈਕਟਰੀ ਦੇ ਰੂਪ 'ਚ 30 ਜੂਨ ਨੂੰ ਖਤਮ ਹੋਣ ਜਾ ਰਹੇ ਕਾਰਜਕਾਲ ਵੀਕੇ ਜੰਜੂਆ ਦਾ ਜੇ ਚਿੱਠੀ ਨਹੀਂ ਨਾ ਆਉਂਦੀ ਉੱਪਰੋਂ ਸੁਖ ਸਨੇਹ ਵਾਲੀ, ਤਾਂ ਮੈਨੂੰ ਲੱਗਦਾ ਕਿ ਪੀਪੀਐਸਸੀ ਦੇ ਨਵੇਂ ਚੇਅਰਮੈਨ ਵਜੋਂ ਜੰਜੂਆ ਸਾਹਿਬ ਪਟਿਆਲੇ ਦੀ ਉਸ ਬਾਰਾਂਦਰੀ ਦੇ ਵਿੱਚ ਬੈਠਿਆ ਕਰਨਗੇ। ਇਹ ਕਿੰਨੀ ਅਹਿਮੀਅਤ ਵਾਲਾ ਅਹੁਦਾ ਹੈ ਕਿਹਾ ਨਹੀਂ ਜਾ ਸਕਦਾ, ਪਰ ਗੱਲ ਜੇ ਉਧਰ ਨੂੰ ਤੁਰਦੀ ਹੋਵੇ ਤੈਨੂੰ ਕਿਵੇਂ ਲਈਏ? ਨਵੇਂ ਇਸ਼ਤਿਹਾਰਬਾਜ਼ੀ ਨੂੰ ਕੀ ਉਸ ਨਜ਼ਰੀਏ ਨਾਲ ਦੇਖ ਸਕਦੇ ਆ ਕਿ ਜੰਜੂਆ ਸਾਹਿਬ ਦੀ ਕੀਤੀ ਸੇਵਾ ਦਾ ਮੁੱਲ ਮੋੜਿਆ ਜਾ ਸਕਦਾ? ਰੰਧਾਵਾ ਸਾਹਿਬ ਦੇਖੋ, ਇਹ ਸੈਕਿੰਡ ਟਾਈਮ ਹੈ ਜਦੋਂ ਸਰਕਾਰ ਨੇ ਪੀਪੀਐਸਸੀ ਦੇ ਚੇਅਰਮੈਨ ਵਜੋਂ ਇਸ਼ਤਿਹਾਰ ਦੁਬਾਰਾ ਕੱਢਿਆ। ਪਹਿਲਾਂ ਵੀ ਲਗਭਗ 30 ਦੇ ਕਰੀਬ ਐਪਲੀਕੇਸ਼ਨਸ ਆਲਰੇਡੀ ਆ ਚੁੱਕੀਆਂ ਨੇ, ਤੇ ਮਾਰਚ ਕਿਉਂਕਿ 31 ਮਾਰਚ ਨੂੰ ਇਹ ਅਹੁਦਾ ਖਾਲੀ ਹੋ ਗਿਆ ਸੀਗਾ, ਉਸ ਤੋਂ ਬਾਅਦ ਇਹ ਕਾਰਜਕਾਰੀ ਜਿਹਨੂੰ ਚੇਅਰਮੈਨ ਕਹਿੰਦੇ ਆਪਾਂ, ਆਫੀਸ਼ੀਏਟਿੰਗ ਚੇਅਰਮੈਨ ਲਗਾਇਆ ਹੋਇਆ ਇਸ ਟਾਈਮ। ਉਦੋਂ ਤੈਅ ਸੀ ਵੀ 31 ਮਾਰਚ ਤੋਂ ਪਹਿਲਾਂ ਸ਼ਾਇਦ ਵੀਕੇ ਜੰਜੂਆ ਨੂੰ ਉੱਥੇ ਲਗਾਤਾ ਜਾਏ ਔਰ ਉਹ ਵੀਆਰਐਸ ਲੈ ਕੇ ਉੱਥੇ ਲੱਗ ਸਕਦੇ ਆ, ਪਰ ਇਸ ਤਰ੍ਹਾਂ ਦਾ ਹੋਇਆ ਨਹੀਂ ਔਰ ਇਹ ਰੋਕ ਲਿਆ ਗਿਆ। ਤੇ ਅੱਗੇ ਪੈਦੀ ਕੀਤਾ ਉਦੋਂ ਗੱਲ ਇਹ ਢਿੱਲੀ ਪੈ ਗਈ ਕਿ ਸ਼ਾਇਦ ਹੋ ਸਕਦਾ ਕਿ ਇਹਨਾਂ ਦਾ ਮੂਡ ਉੱਥੇ ਨਾ ਲੱਗਣ ਦਾ ਹੋਵੇ। ਵਿੱਚ ਜੇ ਫਿਰ ਜਦੋਂ ਉਹਨਾਂ ਨੇ ਕਾਰਜਕਾਲ ਉਹਨਾਂ ਦਾ ਵਾਅਦਾ ਕਰਨ ਵਾਸਤੇ ਇੱਕ
ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਤਾਂ ਫਿਰ ਇਹ ਲੱਗਣ ਲੱਗਾ ਕਿ ਨਹੀਂ, ਉਹ ਚੀਫ ਸੈਕਟਰੀ ਦੇ ਪਦ ਲਈ ਸ਼ਾਇਦ ਜ਼ਿਆਦਾ ਖੁਆਇਸ਼ਮੰਦ ਨੇ, ਬਸ਼ਰਤੇ ਕਿ ਪੀਪੀਐਸਸੀ ਦਾ ਚੇਅਰਮੈਨ ਲੱਗਣਾ ਜਾਂ ਕਿਸੇ ਵੀ ਹੋਰ ਕਮਿਸ਼ਨ ਦਾ ਚੇਅਰਮੈਨ ਲੱਗਣਾ। ਹੁਣ ਜਦੋਂ ਕੱਲ ਫਿਰ ਤੋਂ ਇੱਕ ਇਸ਼ਤਿਹਾਰ ਆਇਆ, ਉਸ ਤੋਂ ਇਹ ਲੱਗ ਰਿਹਾ ਕਿ ਨਹੀਂ, ਉਹ ਪੀਪੀਐਸਸੀ ਦਾ ਚੇਅਰਮੈਨ ਲੱਗਣ ਲਈ ਹੀ ਖੁਆਇਸ਼ਮੰਦ ਨੇ। ਇਸ ਕਰਕੇ ਥੋੜੀ ਜਿਹੀ ਇਹਦੇ ਵਿੱਚ ਇੱਕ ਟੈਕਨੀਕਲ ਉਹ ਹਿੰਚ ਜੀ ਹੈ, ਉਹ ਇਹ ਹੈ ਕਿ ਉਹਨਾਂ ਨੂੰ ਹੀ ਸਰਚ ਕਮੇਟੀ ਦਾ ਚੇਅਰਮੈਨ ਵੀ ਲਗਾਇਆ ਸਰਕਾਰ ਨੇ। ਸੋ ਇਹ ਥੋੜੀ ਜਿਹੀ ਟੈਕਨੀਕਲ ਹਿੰਚ ਹੈ ਕਿ ਜਦੋਂ ਜੇ ਉਹ ਆਪ ਹੀ ਉਸਦੇ ਐਪਲੀਕੈਂਟ ਹੋਣਗੇ, ਫਿਰ ਕੀ ਇਹ ਪੋਸਟ ਉਹਨਾਂ ਨੂੰ ਮਿਲੇਗੀ ਕਿ ਨਹੀਂ ਮਿਲੇਗੀ, ਇਹ ਥੋੜੀ ਜਿਹੀ ਟੈਕਨੀਕਲ ਹਿੰਚ ਹੈ। ਹੋ ਸਕਦਾ ਕਿ ਉਸ ਸਰਚ ਕਮੇਟੀ ਦੀ ਜਦੋਂ ਉਹਨਾਂ ਦਾ ਨੰਬਰ ਆਏ ਤਾਂ ਉਹ ਮੀਟਿੰਗ ਛੱਡ ਕੇ ਬਾਹਰ ਚਲੇ ਜਾਣ ਤੇ ਕਹਿ ਦੇਣ ਕਿ ਬਾਕੀ ਦੀ ਕਮੇਟੀ ਡਿਸਾਈਡ ਕਰ ਲੇ, ਕਿਉਂਕਿ ਅਲਟੀਮੇਟਲੀ ਡਿਸਾਈਡ ਤਾਂ ਸੀਐਮ ਨੇ ਕਰਨਾ ਹੈ ਜਾਂ ਫਿਰ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਕਰਨਾ ਹੈ। ਇੱਕ ਟੈਕਨੀਕਲ ਹਿੰਚ ਇਹ ਜ਼ਰੂਰ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ 30-31 ਜਦੋਂ ਵੀ ਉਹ ਰਿਟਾਇਰ ਹੋਣਗੇ, ਉਸ ਤੋਂ ਬਾਅਦ ਇੱਕ ਕੋਈ ਅਹਿਮ ਪੋਸਟ ਉਹਨਾਂ ਨੂੰ ਜ਼ਰੂਰ ਮਿਲੇਗੀ, ਚਾਹੇ ਉਹ ਪੀਪੀਐਸਸੀ ਦੇ ਚੇਅਰਮੈਨ ਦੀ ਹੋਵੇ, ਚਾਹੇ ਅਕਾਊਂਟੇਬਿਲਿਟੀ ਐਂਡ ਟਰਾਂਸਪੇਰੈਂਸੀ ਕਮਿਸ਼ਨ ਜਿਹੜਾ ਹੈਗਾ ਉਹਦੀ ਪੋਸਟ ਵੀ ਪਿਛਲੇ 1-1.25 ਸਾਲ ਤੋਂ ਖਾਲੀ ਪਈ ਹੈ, ਚਾਹੇ ਉਹ ਮਿਲੇ, ਔਰ ਚਾਹੇ ਫਿਰ ਆਰਟੀਆਈ ਦਾ ਜਿਹੜਾ ਚੇਅਰਮੈਨ ਹੈਗੇ ਨੇ ਇਸ ਟਾਈਮ ਸੁਰੇਸ਼ ਅਰੋੜਾ ਜੀ, ਉਹ ਜਿਹੜੇ ਚੀਫ ਕਮਿਸ਼ਨਰ ਨੇ, ਸੌਰੀ, ਉਹਨਾਂ ਦਾ ਵੀ ਰਿਟਾਇਰਮੈਂਟ ਬਿਲਕੁਲ ਨੇੜੇ ਲੱਗੀ ਹੈ ਸ਼ਾਇਦ, ਜਾਂ ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ ਉਹ ਮਿਲੇ, ਕਿਉਂਕਿ ਤਿੰਨਾਂ ਚੋਂ ਇੱਕ ਪੋਸਟ ਤਾਂ ਉਹਨਾਂ ਨੂੰ ਲਾਜ਼ਮੀ ਤੌਰ ਤੇ ਮਿਲੇਗੀ। ਇਹ ਹੋ ਨਹੀਂ ਸਕਦਾ ਕਿ ਸਰਕਾਰ ਉਹਨਾਂ ਦੀਆਂ ਸੇਵਾਵਾਂ ਨਾ ਲਏ। ਸਵਾਲ ਇਸ ਗੱਲ ਦਾ ਹੈ ਕਿ ਉਸ ਤੋਂ ਪਹਿਲਾਂ ਹੀ ਉਹ ਇਸ ਕਮੇਟੀ ਦੇ ਚੇਅਰਮੈਨ ਤੋਂ ਪਾਸੇ ਹਟ ਜਾਣ। ਇਹ ਦੇਖਣਾ ਹੋਊਗਾ ਆਉਂਦੇ ਦਿਨਾਂ 'ਚ, ਕਿਉਂਕਿ 21 ਤਰੀਕ ਤੱਕ ਇਹ ਮੰਗੀਆਂ ਗਈਆਂ ਅਰਜ਼ੀਆਂ। ਵੈਸੇ ਸਵਾਲ ਇਸ ਗੱਲ ਦਾ ਵੀ ਹੈ ਕਿ ਇਸ ਤਰ੍ਹਾਂ ਦੇ ਬਹੁਤ ਮਾਮਲੇ ਪਹਿਲਾਂ ਆਉਂਦੇ ਆ। ਭਾਸ਼ਾ ਵਿਭਾਗ ਦਾ ਸਲਾਹਕਾਰ ਬੋਰਡ ਹੈ ਜਿਹੜਾ 10-10 ਲੱਖ ਦੇ ਇਨਾਮ ਵੀ ਦਿੰਦਾ ਕਿਤਾਬਾਂ ਨੂੰ, ਉਹ ਜਿਹੜੇ ਸਲਾਹਕਾਰ ਬੋਰਡ ਦੇ ਮੈਂਬਰ ਹੁੰਦੇ ਆ ਉਹਨਾਂ ਦੀਆਂ ਕਿਤਾਬਾਂ ਵੀ ਹੁੰਦੀਆਂ, ਜਦੋਂ ਉਹਨਾਂ ਦੀ ਵਾਰੀ ਆਉਂਦੀ ਨਾਲ ਦੇ ਨੂੰ ਚੁੰਡੀ ਵੱਢ ਕੇ ਅੱਖ ਮਾਰ ਕੇ ਬਾਹਰ ਨਿਕਲ ਜਾਇਆ ਕਰਦੇ। ਵੱਡੇ ਵੱਡੇ ਲੇਖਕਾਂ ਦੀਆਂ ਕਿਸੇ ਕਹਾਣੀਆਂ ਨੇ, ਕਈ ਤਾਂ ਫੌਤ ਹੋ ਗਏ, 100-100 ਸਾਲ ਜੀ ਕੇ ਗਏ, ਉਹ ਵੀ ਨਾਲ ਵਾਲੇ ਨੂੰ ਅੱਖ ਮਾਰ ਕੇ ਵੀ ਮੇਰਾ ਧਿਆਨ ਰੱਖੀ, ਅਗਲੀ ਵਾਰੀ ਤੇਰਾ ਮੈਂ ਰੱਖੂੰਗਾ। ਖੈਰ ਆਪਾਂ ਛੱਡਦੇ ਹਾਂ ਕਿ ਇਹ ਵੇਣੂ ਪ੍ਰਸ਼ਾਦ 1 ਮਹੀਨੇ ਲਈ, ਕਿਉਂਕਿ 1 ਮਹੀਨੇ ਬਾਅਦ 31 ਜੁਲਾਈ ਨੂੰ ਇਹ ਵੇਣੂ ਪ੍ਰਸ਼ਾਦ ਦੀ ਰਿਟਾਇਰਮੈਂਟ ਵੀ ਡਿਊ ਹੈ, ਔਰ ਕਿ 1 ਮਹੀਨੇ ਲਈ ਪੰਜਾਬ ਦੇ ਚੀਫ ਸੈਕਟਰੀ ਵਜੋਂ ਬਿਨਾਂ ਕੋਈ ਕੇਂਦਰ ਨਾਲ ਗੱਲ ਕੀਤਿਆਂ ਇੱਧਰ ਉੱਧਰ ਪੰਜਾਬ ਉਹਨਾਂ ਨੂੰ ਵੀ ਰਿਵਾਰਡ ਦੇਊਗਾ ਪੰਜਾਬ ਦੀ ਸਰਕਾਰ। ਵੇਣੂ ਪ੍ਰਸ਼ਾਦ ਚੀਫ ਸੈਕਟਰੀ ਵਜੋਂ ਰਿਟਾਇਰ ਹੋਣਗੇ, ਇਹ ਵੀ ਸਵਾਲ ਬੜਾ ਵੱਡਾ ਹੈ। ਪਰ ਕੀ ਅਨਿਰੁੱਧ ਤਿਵਾੜੀ ਨੂੰ, ਕਿਉਂਕਿ ਉਹਨਾਂ ਦਾ ਪੈਨਲ ਫਾਈਨਲ ਹੋਇਆ ਉਹ ਲੱਗੇ ਰਹੇ ਆ, ਉਹ ਐਲੀਜੀਬਲ ਵੀ ਹੈ, ਕਿ ਉਹਨਾਂ ਨੂੰ ਵੀ ਲਾਇਆ ਜਾ ਸਕਦਾ? ਇਹ ਸਾਰੇ ਸਵਾਲ। ਵੀਕੇ ਸਿੰਘ ਦਾ ਜ਼ਿਕਰ ਆਉਂਦਾ ਰਿਹਾ, ਆਪਾਂ ਅਗਰਵਾਲ ਸਾਹਿਬ ਦਾ ਜ਼ਿਕਰ ਵੀ ਕਰਦੇ ਰਹੇ ਹਾਂ। ਖੈਰ ਜ਼ਿਕਰਾਂ ਚੋਂ ਜ਼ਿਕਰ ਬੜਾ ਅਹਿਮ ਹੁੰਦਾ ਹੈ ਕਿ ਰਾਘਵ ਚੱਡਾ, ਜਿਨ੍ਹਾਂ ਨੂੰ ਸਭ ਤੋਂ ਪਹਿਲੀ ਨਿਯੁਕਤੀ ਦੇ ਰੂਪ ਚ ਵੇਖਿਆ ਜਾ ਰਿਹਾ ਸੀ ਮੁੱਖ ਮੰਤਰੀ ਤੋਂ ਬਾਅਦ, ਸਹੁੰ ਚੁੱਕਣ ਤੋਂ ਬਾਅਦ, ਉਹ ਐਡਵਾਈਜ਼ਰੀ ਬੋਰਡ ਜਿਹੜਾ ਮੁੱਖ ਮੰਤਰੀ ਤੋਂ ਉੱਪਰ ਸੁਪਰ ਮੁੱਖ ਮੰਤਰੀ ਵਰਗਾ ਹੋਣਾ ਸੀ। ਉਹਨਾਂ ਦਿਨਾਂ 'ਚ ਬੜੀਆਂ ਮੀਟਿੰਗਸ, ਸਿੱਧੀਆਂ ਫਾਈਲਾਂ ਕੱਛ 'ਚ ਮਾਰ ਕੇ ਅਧਿਕਾਰੀ ਜਾਂਦੇ ਹੁੰਦੇ ਸੀ ਸਿੱਧੇ, ਮੁੜ ਕੇ ਉਹ ਰੁਕ ਗਈ ਅਦਾਲਤ ਵਿੱਚ, ਬਾਅਦ ਦੇ ਵਿੱਚ ਮੁੱਖ ਮੰਤਰੀ ਦਫ਼ਤਰ 'ਚ ਰੁਕ ਗਈ। ਹੁਣ ਰਾਘਵ ਚੱਡਾ ਸਾਹਿਬ ਨੂੰ ਮੁਸ਼ਕਲ ਦਾ ਸਾਹਮਣਾ ਹੈ। ਭਾਸਕਰ ਸਾਹਿਬ, ਬੰਗਲਾ ਦੇ ਕੇ ਵਾਪਸ ਲੈਣਾ ਚੰਗਾ ਨਹੀਂ ਹੁੰਦਾ, ਕੀ ਕਹਿੰਦੇ ਹੋ ਜ਼ਰਾ, ਕੀ ਹੋ ਗਿਆ? ਰਾਘਵ ਚੱਡਾ ਉਹਨਾਂ ਦੀ ਗੱਲ ਤੋਂ ਜਾਣ ਤੋਂ ਪਹਿਲੇ ਜਿਹੜੇ ਪਹਿਲੇ 2 ਇਸ਼ੂ ਦਾ ਉਹਦੇ ਉੱਤੇ ਮੈਂ ਜ਼ਰੂਰ ਕੁਝ ਕਹਿਣਾ ਚਾਹੂੰਗਾ। ਜਦ ਡਾਕਟਰ ਬਲਬੀਰ ਸਿੰਘ ਇਹ ਜਦ ਕਹਿ ਰਹੇ ਸੀਗੇ, ਕਦੀ ਹੋਇਆ ਕਿ ਗਵਰਨਰ ਸਾਹਿਬ ਇਲੈਕਟਿਡ ਗਵਰਨਮੈਂਟ ਦੇ ਕੰਮਾਂ ਦੇ ਵਿੱਚ ਇੰਟਰਵੀਨ ਕਰਨ? ਵਾਕਈ ਕਦੀ ਨਹੀਂ ਹੋਇਆ। ਤੁਸੀਂ ਸੇਮ ਮਾਡਲ ਕੇਂਦਰ ਦੇ ਵਿੱਚ ਅਗਰ ਦੇਖਦੇ ਹੋ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਉਹੀ ਸੂਬੇ ਦੇ ਵਿੱਚ ਸੀਐਮ ਤੇ ਗਵਰਨਰ ਦਾ ਹੁੰਦਾ ਹੈ। ਕਦੀ ਦੇਖਿਆ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਕੰਮਾਂ ਦੇ ਵਿੱਚ ਇੰਟਰਵੀਨ ਕਰ ਰਹੇ ਹੋਣ? ਕਦੀ ਇਹ ਦੇਖਿਆ ਹੈ ਕਿ ਜਿੱਦਾਂ ਅਡਾਨੀ ਦਾ ਮੁੱਦਾ ਚੱਕਿਆ ਸੀਗਾ, ਉਹਦੇ ਵਿੱਚ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਕਰਾਓ, ਪ੍ਰੋਬ ਕਰਾਓ, ਇਨਵੈਸਟੀਗੇਸ਼ਨ ਕਰਾਓ? ਯਾਨੀ ਇਹ ਚੀਜ਼ਾਂ ਤੈਅ, ਔਰ ਗਵਰਨਰ ਦਾ ਰੋਲ ਬੜਾ ਡਿਫਾਈਨਡ ਹੁੰਦਾ ਹੈ। ਲਾਈਨ ਡਰਾ ਹੁੰਦੀ ਹੈ, ਇਸ ਲਾਈਨ ਤੋਂ ਅੱਗੇ ਨਹੀਂ ਜਾਣਾ ਔਰ ਇਸ ਲਾਈਨ ਤੇ ਹੀ ਰਹਿਣਾ। ਉਹ ਸਾਰੀ ਗੱਲਾਂ ਨੂੰ, ਲਾਈਨ ਕ੍ਰਾਸ ਦੀ ਗੱਲਾਂ ਹੁਣ 7 ਸੂਬਿਆਂ ਦੇ ਵਿੱਚ ਸ਼ੁਰੂ ਹੋ ਗਈ ਹੈ। ਔਰ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜੇ ਨੌਨ ਬੀਜੇਪੀ ਰੂਲਡ ਸਟੇਟਸ ਨੇ ਉਹਦੇ ਵਿੱਚ ਹੀ ਗਵਰਨਰ ਉਹ ਲਾਈਨ ਕ੍ਰਾਸ ਕਰ ਰਹੇ ਨੇ। ਬਾਕੀ ਸੂਬਿਆਂ ਦੇ ਵਿੱਚ ਕਦੀ ਹਰਿਆਣੇ ਤੋਂ ਕੰਪਲੇਂਟ ਆਈ ਹੈ ਜਾਂ ਫਿਰ ਬੀਜੇਪੀ ਰੂਲਡ ਸਟੇਟਸ ਜਿੰਨੇ ਵੀ ਹੈਗੇ ਉੱਥੋਂ ਕੋਈ ਕੰਪਲੇਂਟ ਨਹੀਂ ਆਈ ਕਿ ਗਵਰਨਰ ਨੇ ਕਦੀ ਲਾਈਨ ਕ੍ਰਾਸ ਕੀਤੀ ਹੋਈ। ਹੁਣ ਗੱਲ ਜੰਜਵਾ ਸਾਹਿਬ ਦੀ ਕਰੀਏ। ਜੰਜਵਾ ਸਾਹਿਬ 30 ਜੂਨ ਨੂੰ ਰਿਟਾਇਰ ਹੋ ਰਹੇ ਨੇ। ਉਸ ਤੋਂ ਪਹਿਲੇ ਚਿੱਠੀ ਕੇਂਦਰ ਵਿੱਚ ਭੇਜੀ ਸੀ, ਉਹ ਹਜੇ ਤੱਕ ਨਹੀਂ ਆਈ। ਇੱਕ ਨਵੀਂ ਕਵਾਇਦ ਜ਼ਰੂਰ ਸ਼ੁਰੂ ਕੀਤੀ ਗਈ ਹੈ। ਹੁਣ ਜੂਨ 21 ਤੱਕ ਦੁਬਾਰਾ ਐਪਲੀਕੇਸ਼ਨਾਂ ਮੰਗ ਲਈਆਂ, ਹਾਲਾਂਕਿ ਜਦ ਪਹਿਲੇ ਐਡਵਰਟਾਈਜ਼ ਕੀਤਾ ਸੀ 30 ਐਪਲੀਕੇਸ਼ਨਸ
ਆਲਰੇਡੀ ਆ ਚੁੱਕੀ ਸੀ। ਹੁਣ 2-4 ਐਪਲੀਕੇਸ਼ਨ ਐਡ ਕਰਨ ਵਾਸਤੇ ਇਹ ਦੁਬਾਰਾ ਐਡਵਰਟਾਈਜ਼ਮੈਂਟ ਦਿੱਤੀ ਗਈ ਹੈ। ਔਰ ਡਾਕਟਰ ਜਮੀਤ ਕੌਰ ਤੇਜੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਵਿੱਚ ਇਹ ਚੇਅਰਪਰਸਨ, ਇਹ ਮੈਂਬਰ ਬਣਾਈ ਗਈ ਸੀ ਤੇ ਉਹਨਾਂ ਨੂੰ ਅਫੀਸ਼ੀਏਟਿੰਗ ਚੇਅਰਪਰਸਨ ਲਾਇਆ ਗਿਆ। ਹੁਣ ਲੱਗਦਾ ਹੈ ਕਿ ਉਹਨਾਂ ਤੋਂ ਉੱਤੇ ਕੋਈ ਹੋਰ ਚੇਅਰਮੈਨ ਲਾਇਆ ਜਾ ਸਕਦਾ, ਔਰ ਉਹ ਏ ਵਿਨੂ ਪ੍ਰਸਾਦ ਵੀ ਹੋ ਸਕਦੇ ਨੇ, ਉਹ ਜੰਜੂਆ ਸਾਹਿਬ ਵੀ ਹੋ ਸਕਦੇ ਨੇ। ਇਹ ਵੀ ਕਵਾਇਦ ਹੁਣ ਆਈ ਆ ਰਾਘਵ ਚੱਡਾ ਹੋਣਾ, ਜਿਹੜੇ ਰਾਜ ਸਭਾ ਮੈਂਬਰ ਹੈਗੇ ਨੇ, ਰਾਜ ਸਭਾ ਮੈਂਬਰ ਬਣੇ ਨੇ ਪੰਜਾਬ ਤੇ ਕੋਟੇ ਤੋਂ। ਉਹਨਾਂ ਨੂੰ ਬੰਗਲੇ ਅਲਾਟਮੈਂਟ ਦੀ ਗੱਲਾਂ ਹੋਈਆਂ। ਹੋਰ 7 MP ਹੋਰ ਵੀ ਪੰਜਾਬ ਤੋਂ ਨੋਮੀਨੇਟ ਹੋਏ ਸੀ ਰਾਜ ਸਭਾ ਵਾਸਤੇ, ਪਰ ਇਹਨਾਂ ਦੇ ਬੰਗਲੇ ਦਾ ਪੰਗਾ ਪੈ ਗਿਆ। ਕਾਰਨ ਕਿ ਕਹਿੰਦੇ ਆ ਕਿ ਵੀ ਜਿਹੜਾ ਪਹਿਲੀ ਵਾਰ ਰਾਜ ਸਭਾ ਦਾ MP ਬਣੇ ਉਹਦੀ ਐਲੀਜੀਬਿਲਿਟੀ ਹੁੰਦੀ ਹੈ ਟਾਈਪ 5 ਬੰਗਲੋ ਦੀ, ਪਰ ਇਹਨਾਂ ਨੂੰ ਜਦ ਪਹਿਲੇ ਟਾਈਪ 6 ਬੰਗਲਾ ਆਲਰੇਡੀ ਦਿੱਤਾ ਸੀਗਾ, ਯਾਨੀ ਨਵੰਬਰ ਦੇ ਮਹੀਨੇ ਤੋਂ ਪਹਿਲੇ ਉਹਨਾਂ ਨੂੰ ਮਿਲਿਆ ਸੀਗਾ ਟਾਈਪ 6 ਬੰਗਲਾ, ਜਿਹਦੇ ਵਿੱਚ ਉਹਦਾ ਐਡਰੈਸ ਸੀਗਾ C1/12 ਪੰਡਾਰਾ ਪਾਰਕ। ਉਹਨਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਇਹ ਅਪਲਾਈ ਕੀਤਾ ਕਿ ਜੀ ਮੇਰੀ ਐਲੀਜੀਬਿਲਿਟੀ ਜਾਂ ਮੇਰੀ ਟਾਈਪ 7 ਦੀ ਕੈਟਾਗਰੀ ਦੇ ਵਿੱਚ ਮੈਨੂੰ ਕਨਵਰਟ ਕੀਤਾ ਜਾਏ। ਉਹ ਰਿਕੁਐਸਟ ਰਾਜ ਸਭਾ ਦੇ ਚੇਅਰਮੈਨ ਨੇ ਮੰਨ ਲਈ ਤੇ ਉਹਨਾਂ ਨੂੰ ਦੁਬਾਰਾ ਇੱਕ ਟਾਈਪ 7 ਬੰਗਲਾ ਅਲਾਟ ਕੀਤਾ ਗਿਆ ਪੰਡਾਰਾ ਪਾਰਕ ਵਿੱਚ, ਯਾਨੀ ਪੰਡਾਰਾ ਰੋਡ ਜਿਹਨੂੰ ਆਪਾਂ ਕਹਿੰਦੇ ਬੜਾ ਦਿੱਲੀ 'ਚ ਮਸ਼ਹੂਰ ਜਗ੍ਹਾ ਹੈਗੀ ਹੈ AB5। ਉੱਥੇ ਨਵੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਰੈਨੋਵੇਸ਼ਨ ਕਰਕੇ ਸ਼ਿਫਟ ਕਰ ਲਿਆ ਤੇ ਪਿਛਲੇ ਦਿਨਾਂ ਦੇ ਵਿੱਚ ਮਾਰਚ 3 ਨੂੰ ਉਹਨਾਂ ਨੂੰ ਆ ਗਿਆ ਕੈਂਸਲੇਸ਼ਨ ਦਾ ਨੋਟਿਸ ਕਿ ਵੀ ਤੁਹਾਡਾ ਬੰਗਲਾ ਅਸੀਂ ਕੈਂਸਲ ਕਰਦੇ ਹਾਂ ਅਲਾਟਮੈਂਟ, ਕਾਰਨ ਕਿ ਤੁਹਾਡੀ ਐਲੀਜੀਬਿਲਿਟੀ ਨਹੀਂ ਹੈ। ਹਾਲਾਂਕਿ ਜਿਹੜੀ ਟਾਈਪ 7 ਦੀ ਐਲੀਜੀਬਿਲਿਟੀ ਹੁੰਦੀ ਹੈ ਜਾਂ ਤੇ ਉਹ ਪੁਰਾਣੇ ਯੂਨੀਅਨ ਮਿਨਿਸਟਰ ਹੋਣ, ਕੋਈ ਗਵਰਨਰ ਹੋਣ ਜਾਂ ਫਿਰ ਚੀਫ ਮਿਨਿਸਟਰ ਹੋਣ, ਯਾਨੀ ਇਹ ਕੈਟਾਗਰੀ ਕਾਫੀ ਉੱਚੀ ਹੈ। ਹੁਣ ਸੋਚਣ ਵਾਲੀ ਗੱਲ ਜਾਂ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਦ ਉਹਨਾਂ ਨੂੰ ਪਹਿਲੇ ਟਾਈਪ 7 ਅਲਾਟਮੈਂਟ ਹੋਈ ਸੀ ਬੰਗਲੇ ਦੀ ਤੇ ਉਹ ਕਿਸ ਆਧਾਰ ਦੇ ਉੱਤੇ ਕੀਤੀ ਸੀ, ਉਹਨਾਂ ਦੇ ਵਿੱਚ ਨਿਯਮਾਂ ਦਾ ਉਲੰਘਣ ਸੀਗਾ ਜਾਂ ਨਹੀਂ। ਹੁਣ ਉਹਨਾਂ ਨੇ ਇੱਕ ਪਟਿਆਲਾ ਹਾਊਸ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਮੇਰੇ ਬੰਗਲੇ ਦਾ ਜਿਹੜਾ ਕੈਂਸਲੇਸ਼ਨ ਹੈ ਉਹ ਕਿਸੇ ਆਧਾਰ ਦੇ ਉੱਤੇ ਨਹੀਂ ਹੈ, ਉਹ ਆਪਣੇ ਆਪ ਵਿੱਚ ਡਿਸਕ੍ਰਿਮੀਨੇਸ਼ਨ ਹੈ, ਪੋਲੀਟੀਕਲ ਬੰਦਿਤਾ ਹੈਗਾ, ਜਿਹਦੇ ਕਾਰਨ ਮੈਨੂੰ ਟਾਈਪ 7 ਬੰਗਲੇ ਤੋਂ ਖਾਲੀ ਕਰਾਇਆ ਜਾ ਰਿਹਾ। ਉਹ ਆਪਣੇ ਪੇਰੈਂਟਸ ਦੇ ਨਾਲ ਨਵੰਬਰ ਦੇ ਮਹੀਨੇ ਦੇ ਵਿੱਚ ਸ਼ਿਫਟ ਵੀ ਹੋ ਗਏ ਸੀ ਉੱਥੇ। ਹੁਣ ਇਹ ਜੁਲਾਈ 10 ਨੂੰ ਨੈਕਸਟ ਡੇਟ ਹੈਗੀ ਹੈ ਔਰ ਤਦ ਤੱਕ ਸਟੇਟਸ ਕੋ ਮੇਨਟੇਨ ਕਰਨ ਵਾਸਤੇ ਕੋਰਟ ਨੇ ਕਿਹਾ ਹੈ। ਕਾਰਨ ਹਾਲਾਂਕਿ ਉਹਨਾਂ ਦੀ ਇਸ ਪਲੀ ਤੋਂ ਤੇ ਕੋਰਟ ਕਨਵਿੰਸ ਹੁੰਦਾ ਹੋਇਆ ਨਹੀਂ ਨਜ਼ਰ ਆ ਰਿਹਾ ਕਿ ਉਹ ਕੈਂਸਲੇਸ਼ਨ ਨਹੀਂ ਹੋ ਸਕਦਾ, ਪਰ ਹਾਂ ਜਿਹੜੇ ਟਾਈਪ 5 ਦੀ ਅਲਾਟਮੈਂਟ ਤੋਂ ਬਾਅਦ ਟਾਈਪ 7 ਦੀ ਅਲਾਟਮੈਂਟ ਕਰ ਦੇਣਾ, ਐਲੀਜੀਬਿਲਿਟੀ ਟਾਈਪ 5 ਦੀ ਹੋਏ, ਇਹਦੇ ਵਿੱਚ ਜੋ ਵੀ ਕੁਝ ਹੋਇਆ ਹੁਣ ਅਦਾਲਤ ਦੇ ਅਧੀਨ ਹੈਗਾ, ਸਬ ਜੁਡਿਸ ਮਾਮਲਾ ਹੈਗਾ ਜੁਲਾਈ 10 ਨੂੰ, ਜਿਸ ਤਰ੍ਹਾਂ ਮੈਂ ਕਿਹਾ ਕਿ ਡੇਟ ਨੈਕਸਟ ਹੈਗੀ ਜੀ। ਇਹ ਕਾਫੀ ਦਿਲਚਸਪ ਹੈ ਕਿ ਪਹਿਲਾਂ ਕਿਵੇਂ ਅਲਾਟਮੈਂਟਸ ਹੋ ਜਾਂਦੀਆਂ ਨੇ, ਅਲਾਟਮੈਂਟ ਕੈਂਸਲ ਹੋਣ, ਕੈਂਸਲ ਤਾਂ ਕਰਾਉਂਦੇ ਨੇ ਵੱਡੇ ਬੰਦੇ। ਅੱਛਾ, ਇਹ ਤਾਂ ਸਾਡੇ ਖਿਲਾਫ ਏਡੇ ਏਡੇ ਬਿਆਨ ਦਿੰਦੇ ਆ ਤੇ ਵੱਡੇ ਵੱਡੇ ਬੰਗਲੋ 'ਚ ਰਹਿੰਦੇ, ਏਡੀਆਂ ਕੋਠੀਆਂ, ਉਹ ਫਿਰ ਕਹਿ ਕੇ ਕਿਹਾ ਹੋਣਾ ਨਾ ਵੀ ਇਹ ਕਿੰਨੇ ਕੀਤਾ, ਫਿਰ ਹੁਣ ਜ਼ਿੰਮੇਵਾਰੀਆਂ ਤੈਅ ਹੋਣਗੀਆਂ ਵੀ ਜੁਗਾੜ ਕੀ ਲੱਗਿਆ। ਖੈਰ ਆਪਾਂ ਇਸ ਗੱਲ ਤੇ ਨਹੀਂ ਜਾਣਾ, ਸਾਨੂੰ ਕੀ, ਆਪਾਂ ਚੱਲਦੇ ਹਾਂ ਇੰਦਰਪ੍ਰੀਤ ਜੀ ਰਾਜੋਆਣਾ ਸਾਹਿਬ ਤੇ। ਬਲਵੰਤ ਸਿੰਘ ਰਾਜੋਆਣਾ ਆਪਣੇ ਆਪ ਦੇ ਵਿੱਚ ਇੱਕ ਅਕਾਲੀ ਸਭਾ ਦੇ ਵਿੱਚ ਵੱਡਾ ਨਾਂ ਆਇਆ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਮੈਂ ਅਕਾਲੀ ਹਾਂ ਤੇ ਅਕਾਲੀ ਰਹਿਣਾ, ਮੈਂ ਅਕਾਲੀ ਦਲ ਦੀ ਸਪੋਰਟ ਕਰਦਾ। ਉਹ ਨੰਗੀ ਚਿੱਟੀ ਕਰਦੇ, ਉਹਨਾਂ ਦੀ ਮੂੰਹ ਬੋਲੀ ਭੈਣ ਨੇ ਅਕਾਲੀ ਦਲ ਵੱਲੋਂ ਸੰਗਰੂਰ ਦੀ ਇਲੈਕਸ਼ਨ ਵੀ ਲੜੀ। ਹੁਣ ਇਸ ਵੇਲੇ ਜਿਹੜਾ ਮਾਹੌਲ ਬਣਿਆ, ਮਾਹੌਲ ਤਾਂ ਕੁਝ ਦਿਨ ਪਹਿਲਾਂ ਵੀ ਬਣਿਆ ਸੀ ਜਦੋਂ ਇੰਜ ਲੱਗਿਆ ਸੀ ਕਿ ਸਿੰਘ ਸਾਹਿਬ ਹੁਣ ਕਾਰਜਕਾਰੀ ਜਥੇਦਾਰ ਵਜੋਂ ਨਹੀਂ ਰਹਿਣਗੇ ਔਰ ਉਹਨਾਂ ਦੀਆਂ ਸੇਵਾਵਾਂ ਲਗਭਗ ਖਤਮ ਹੋਣ ਵਾਲੀ ਸਥਿਤੀ ਬਣੀ ਹੋਈ ਸੀ। ਲੇਕਿਨ ਮੁੜ ਕੇ ਉਹ ਸਟੇਟਸ ਕੋ ਰਹਿ ਗਿਆ, ਉਹ ਬਣੇ ਰਹਿ ਗਏ। ਹੁਣ ਜਦੋਂ ਉਹਨਾਂ ਨੇ ਇਹ 6 ਜੂਨ ਨੂੰ ਆਪਣੇ ਉਸ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਰਵਾਂ ਨਾ ਰਵਾਂ, ਤੁਸੀਂ ਅਕਾਲ ਤਖਤ ਸਾਹਿਬ ਨਾਲ ਜੁੜ ਕੇ ਰਹਿਣਾ ਹੈ, ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਬੰਦਾ ਇੱਕਦਮ ਹੀ ਹੁੰਦਾ। ਇਹਦਾ ਮਤਲਬ ਉਹਨਾਂ ਨੇ ਮਨ ਬਣਾਇਆ ਹੋਇਆ ਕਿ ਮੇਰੀ ਹੁਣ ਬਹੁਤੇ ਦਿਨ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੇਵਾ ਨਹੀਂ ਬਚੀ। ਖੈਰ ਇਸੇ ਮੌਕੇ ਤੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸਾਫ਼ ਕਰਤਾ ਹੈ ਕਿ ਸਿੰਘ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਜੇਕਰ ਇਹੀ ਸੱਚ ਨੇ ਵੀ ਹੁਣ ਮੰਗਣਾ ਨਹੀਂ ਕਿਤੇ, ਤੇ ਫਿਰ ਜਿਹੜੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਮੇਰੇ ਭਰਾ ਲਈ ਪਾਈ ਹੋਈ ਆ ਉਹਨਾਂ ਨੂੰ ਵਾਪਸ ਲੈਣ ਲਈ ਕਹਿ ਦਿਓ, ਉਹਨਾਂ ਨੂੰ ਕਹੋ ਕਿ ਵਾਪਸ ਲੈਣ, ਤੇ ਦੂਜੇ ਬੰਨੇ ਤੁਸੀਂ ਕਰੋ ਫਿਰ ਖਾਓ ਪੀਓ ਐਸ਼ ਕਰੋ, ਲੱਡੂ ਖਾਓ ਭੰਗੜੇ ਪਾਓ ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ। ਬੜੀ ਸਟੀਕ ਟਿੱਪਣੀ ਹੈ ਇਹ, ਬੜੀ ਸਟੀਪ ਵਾਇਆ ਮੀਡੀਆ ਹੈ, ਬੜੀ ਸਟੀਕ ਟਿੱਪਣੀ ਹੈ, ਤੇ ਕੀ ਕਹਿੰਦੇ ਰੰਧਾਵਾ ਸਾਹਿਬ ਜਿਹੜੀ ਤੁਸੀਂ ਗੱਲ ਬੋਲੀ ਹੈ ਉਹ ਕੱਲੀ ਇਹ ਨਹੀਂ ਕਿਹਾ ਕਿ ਵਿਆਹਾਂ 'ਚ ਭੰਗੜੇ ਪਾਓ, ਉਹਨਾਂ ਨੇ ਕਿਹਾ ਸੱਤਾਧਾਰੀਆਂ ਦੇ ਵਿਆਹਾਂ 'ਚ ਲੱਡੂ ਖਾਓ ਤੇ ਭੰਗੜੇ ਪਾਓ। ਸਿੱਧਾ ਸਿੱਧਾ ਨਿਸ਼ਾਨਾ ਆਮ ਆਦਮੀ ਪਾਰਟੀ ਦੀ ਸਰਕਾਰ, ਜਿਵੇਂ ਹੁਣੀ ਤੁਸੀਂ ਰਾਘਵ ਚੱਡਾ ਦੀ ਗੱਲ ਕਰਕੇ ਹਟੇ ਹੋ, ਉਹਨਾਂ ਦੀ ਉਹ ਮੰਗਣੀ ਤੇ ਜਿਹੜੇ ਉਹ ਗਏ ਸੀਗੇ ਉਸ ਤੇ
ਕਟਾਕਸ਼ ਕੀਤਾ ਉਹਨਾਂ ਨੇ, ਔਰ ਬਹੁਤ ਤਿੱਖਾ ਹੈ। ਬਿਲਕੁਲ ਲਾਸਟ ਲਾਈਨ ਹੈ ਜਿਹੜੀ ਉਹਨਾਂ ਦੀ ਪੋਸਟ ਹੈ ਲੰਬੀ ਸਾਰੀ, ਤੇ ਉਹਦੇ ਵਿੱਚ ਬਿਲਕੁਲ ਲਾਸਟ ਲਾਈਨ ਹੈ ਇਹ। ਉਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਦੋਂ ਜਥੇਦਾਰ ਸਾਹਿਬ ਨੇ ਇਹ 6 ਜੂਨ ਨੂੰ ਇੱਕ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਹੈ ਕਿ ਅਸੀਂ ਮੰਗਣਾ ਨਹੀਂ ਹੈ, ਅਸੀਂ ਇਕਜੁੱਟ ਹੋ ਕੇ ਲੜਨਾ ਹੈ, ਉਹ ਉਸ ਤੋਂ ਬਾਅਦ ਜਦੋਂ ਫਿਰ ਇੱਕ ਮਰਸੀ ਪਟੀਸ਼ਨ ਵੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਦੇ ਉੱਤੇ ਹੀ ਐਸਜੀਪੀਸੀ ਨੇ ਪਾਈ ਹੋਈ ਹੈ, ਤਾਂ ਫਿਰ ਡਾਇਰੈਕਸ਼ਨ ਵੀ ਅਕਾਲ ਤਖਤ ਸਾਹਿਬ ਹੀ ਦੇਗਾ ਕਿ ਬਈ ਠੀਕ ਹੈ, ਜੇ ਤੁਸੀਂ ਨਹੀਂ ਮੰਗਣਾ ਤਾਂ ਫਿਰ ਉਹ ਮਰਸੀ ਪਟੀਸ਼ਨ ਵਾਪਸ ਲੈ ਲਓ। ਕਿਉਂਕਿ ਮਤਲਬ ਦੋ ਵਿਚਾਰਧਾਰਾਵਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਨਾ, ਵੀ ਜਾਂ ਤਾਂ ਲੜਨਾ ਹੈ, ਫਿਰ ਕੋਈ ਇਨਸਾਫ ਮਿਲੇ ਨਾ ਮਿਲੇ ਆਪਾਂ ਉਹ ਚ ਨਹੀਂ ਦੇਖਣਾ, ਆਪਾਂ ਤਾਂ ਲੜਨਾ ਹੈ, ਲੜ ਕੇ ਹੀ ਚੀਜ਼ ਲੈਣੀ। ਦੂਸਰਾ ਹੈ ਕਿ ਨਹੀਂ, ਅਸੀਂ ਲੜਨਾ ਕੁਝ ਨਹੀਂ ਹੈਗਾ, ਅਸੀਂ ਤਾਂ ਇਨਸਾਫ ਲਈ ਸਰਕਾਰਾਂ ਦੇ ਦਰਵਾਜ਼ੇ ਖਟਖਟਾਣੇ ਆ। ਸੋ ਦੋਨੋਂ ਚੀਜ਼ਾਂ ਸਾਥ-ਸਾਥ ਨਹੀਂ ਚੱਲ ਸਕਦੀਆਂ। ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਟਿੱਪਣੀ ਬੜੀ ਸਟੀਕ ਹੈ। ਦੂਜਾ, ਇਸ ਗੱਲ ਦੀ ਸਮੈਲ ਵੀ ਹੈ ਇਹਦੇ ਵਿੱਚ ਕਿ ਅਕਾਲੀ ਦਲ ਨੇ ਕੁਝ ਦਿਨਾਂ ਬਾਅਦ ਦੇ ਵਿਰਾਮ ਤੋਂ ਬਾਅਦ ਵਾਇਆ ਕਮਲਦੀਪ ਕੌਰ ਇਹ ਮਤਲਬ ਜਿਹੜੀ ਜਿਹਨੂੰ ਆਪਾਂ ਕਹਿੰਦੇ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਕਟਾਕਸ਼ ਕੀਤਾ ਜਾਂ ਉਹਨਾਂ ਤੇ ਸੱਟ ਮਾਰੀ ਹੈ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵੀ ਆਪਣੀ ਗੱਲਾਂ 'ਚ ਤਾਂ ਕਹੀ ਗਏ ਕਿ ਉਹਨਾਂ ਦੀ ਹੁਣ ਜ਼ਿਆਦਾ ਸੇਵਾਵਾਂ ਨਹੀਂ ਰਹਿ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ। ਸੋ ਮੈਨੂੰ ਇਹ ਸਾਰੇ ਜੇ ਆਪਾਂ ਐਪੀਸੋਡ ਨੂੰ ਸਮੇਟ ਕੇ ਦੇਖਦੇ ਹਾਂ ਤਾਂ ਇਹ ਲੱਗਦਾ ਹੈ, ਕਿਉਂਕਿ ਜਿਸ ਤਰ੍ਹਾਂ ਦੀ ਭਾਸ਼ਾ ਲਿਖੀ ਗਈ ਹੈ ਉਹ ਭਾਸ਼ਾ ਕੋਈ ਇੱਕ ਸਧਾਰਨ ਬੰਦਾ ਨਹੀਂ ਲਿਖ ਸਕਦਾ। ਇੰਨੀ ਸਧਾਰਨ 90 ਸ਼ਬਦਾਂ 'ਚ ਲਿਖਣਾ ਬਹੁਤ ਔਖਾ ਹੁੰਦਾ ਹੈ। ਇਹ ਕੋਈ ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਕਿ ਜਿਹੜੇ ਲਿਖਾਰੀ ਨੇ, ਤਗੜੇ ਲਿਖਾਰੀ ਨੇ, ਉਹੀ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕਰਕੇ ਕਟਾਕਸ਼ ਕਰ ਸਕਦੇ ਆ। ਮੇਰੇ ਕੋਲ ਸ਼ਬਦ ਨਹੀਂ ਹੈ, ਇਹ ਸ਼ਬਦ ਹੋ ਸਕਦਾ ਕਿ ਥੋੜਾ ਜਿਹਾ ਪੂਰਾ ਸ਼ਬਦ ਹੋਵੇ। ਇਹ ਮੈਨੂੰ ਲੱਗਦਾ ਕਿ ਉਹਨਾਂ ਦੀ ਵਾਇਆ ਉਸ ਤੋਂ ਇਹ ਕੀਤਾ ਗਿਆ। ਮੈਨੂੰ ਇਹ ਉਹਨਾਂ ਦੀ ਜਿਹੜੀ ਮੈਂ ਪੂਰੀ ਪੋਸਟ ਪੜ੍ਹੀ ਹੈ ਉਹਨਾਂ ਤੋਂ ਮੈਨੂੰ ਇਹ ਅਹਿਸਾਸ ਹੋ ਰਿਹਾ। ਨਹੀਂ, ਮੈਂ ਸ਼ਬਦ ਦਿੰਦਾ ਜੀ, ਅਸੀਂ ਉਸ ਦਿਨ ਇਹ ਕਿਹਾ ਸੀ ਕਿ ਸਿੰਘ ਸਾਹਿਬ 15 ਕੁ ਦਿਨਾਂ ਬਾਅਦ ਚੁੱਪ ਕਰਕੇ ਅਹੁਦਾ ਛੱਡ ਸਕਦੇ ਨੇ। ਇਹ ਕਵਾਇਦ ਫਿਲਹਾਲ ਰੁਕ ਗਈ ਆ, ਔਰ 15 ਕੁ ਦਿਨ ਬਾਅਦ ਇਸ ਜਦੋਂ ਸਾਰੀ ਧੂੜ ਬਹਿ ਜੇ ਗਈ, ਰੌਲੇ ਮੁੱਕ ਜਾਣਗੇ ਤੇ ਸਿੰਘ ਸਾਹਿਬ ਹੌਲੀ ਦਿਨੇ ਆਪਣਾ ਇੱਕ ਚਾਰਜ ਛੱਡ ਦੇਣਗੇ। ਅਸੀਂ ਇਹ ਗੱਲ ਕੀਤੀ ਸੀ, ਪਰ ਹੁਣ ਪਰਿਸਥਿਤੀਆਂ ਬਦਲ ਗਈਆਂ। ਉਹਦੇ ਵਿੱਚ ਇੱਕ ਲਾਈਨ ਤੁਸੀਂ ਭੁੱਲ ਗਏ, ਉਹਦੇ ਚ ਇੱਕ ਲਾਈਨ ਇਹ ਵੀ ਆ ਕਿ ਤੁਸੀਂ ਲਓ Z+ ਸਿਕਿਉਰਿਟੀ, ਠੀਕ ਹੈ, ਤੁਸੀਂ ਰਹੋ Z+ ਸਿਕਿਉਰਿਟੀਆਂ ਚ। ਇਹ Z+ ਸਿਕਿਉਰਿਟੀ ਦਾ ਮਾਮਲਾ ਵੀ ਬੜਾ ਭਖਿਆ ਸੀ। ਜਦੋਂ ਸਿੰਘ ਸਾਹਿਬ ਨੇ ਇੱਕ ਵਾਰੀ ਮਨਾ ਕਰਤਾ ਸੀ, ਉਸ ਤੋਂ ਬਾਅਦ ਜਿਹੜੀ ਮੇਰੇ ਕੋਲ ਸੂਚਨਾ ਹੈ, ਔਰ ਇਹ ਜੇ ਸੂਚਨਾ ਗਲਤ ਹੈ ਤੇ ਸਿੰਘ ਸਾਹਿਬ ਦੱਸ ਦੇਣ, ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੰਘ ਸਾਹਿਬ ਨਾਲ ਸਿੱਧੀ ਗੱਲ ਕੀਤੀ ਸੀਗੀ, ਔਰ ਇਸੇ ਦੌਰਾਨ ਅਕਾਲੀ ਲੀਡਰਸ਼ਿਪ ਨੂੰ ਇਹ ਬਿਲਕੁਲ ਚੰਗਾ ਨਹੀਂ ਸੀ ਲੱਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਦੀ ਸੈਂਟਰ ਵੱਲੋਂ ਦਿੱਤੀ ਕਿਸੇ Z+ ਸਿਕਿਉਰਿਟੀ ਨਾਲ ਚੱਲਣ। ਇਹ ਸਾਰੀਆਂ ਗੱਲਾਂ ਹੁਣ ਮੈਂ ਇਹਦੇ ਤੇ ਜਾਣਾ ਨਹੀਂ ਚਾਹੁੰਦਾ, ਪਰ ਮੈਨੂੰ ਲੱਗਦਾ ਸਿਚੁਏਸ਼ਨ ਇਹ ਬਣ ਗਈ ਆ ਕਿ ਸਿੰਘ ਸਾਹਿਬ ਚਾਹੁੰਦੇ ਨੇ ਕਿ ਮੈਨੂੰ ਹਟਾਓ ਤਾਂ ਕਿ ਮੇਰੀ ਕੁਰਬਾਨੀ, ਕਿਉਂਕਿ ਇਹ ਜੇ ਉਹਨਾਂ ਨੂੰ ਹਟਾਇਆ ਜਾਂਦਾ ਤੇ ਉਹ ਹੀਰੋ ਬਣਨਗੇ, ਉਹ ਦੁਨੀਆ ਭਰ ਦੇ ਵਿੱਚ ਘੁੰਮਣਗੇ, ਉਹ ਸਿੱਖੀ ਦਾ ਪ੍ਰਚਾਰ ਵੀ ਕਰਨਗੇ, ਮਾਨਤਾ ਵੀ ਲੈਣਗੇ, ਵੱਖ-ਵੱਖ ਗੁਰੂ ਘਰਾਂ 'ਚ, ਸਭਾ ਸੁਸਾਇਟੀਆਂ 'ਚ ਉਹਨਾਂ ਦੀ ਮਾਨਤਾ ਹੋਗੀ। ਉਹ ਚਾਹੁੰਦੇ ਹੋਣਗੇ ਕਿ ਮੇਰੀ ਕੁਰਬਾਨੀ ਹੋਵੇ, ਮੈਨੂੰ ਹਟਾਇਆ ਜਾਵੇ। ਆਪਾਂ ਚੱਲਦੇ ਅੱਗੇ। ਭਾਸਕਰ ਸਾਹਿਬ, ਮੈਂ ਤੁਹਾਡੇ ਕੋਲ ਜਾਣਬੁੱਝ ਕੇ ਤੇ ਟਿੱਪਣੀ ਨਹੀਂ ਬਿਲਕੁਲ ਲੈਣਾ ਚਾਹੁੰਦਾ। ਤੁਹਾਡਾ ਪੂਰਾ ਮੂਡ ਹੈ, ਤੁਹਾਡੇ ਚਿਹਰੇ ਦੀ ਆਵਾਜ਼, ਤੁਹਾਡੇ ਚਿਹਰੇ ਤੇ ਲਿਖਤ ਜਿਹੜੀ ਦੱਸ ਰਹੀ ਹੈ ਕਿ ਤੁਸੀਂ ਵਿੱਚ ਪੈਣਾ ਚਾਹੁੰਦੇ ਹੋ। ਵੈਸੇ ਤਾਂ ਮੈਂ ਵੀ ਨਹੀਂ ਦੇ ਸਕਦਾ। ਕੁਝ ਸੱਜਣ ਕਹਿੰਦੇ ਹੁੰਦੇ ਆ ਵੀ ਇੱਥੇ ਸਿਰਫ ਇੰਦਰਪ੍ਰੀਤ ਵਰਗੇ ਚਿਹਰੇ ਮੋਰੇ ਵਰਗੇ ਲੋਕ ਹੀ ਗੱਲ ਕਰ ਸਕਦੇ ਆ। ਵੈਸੇ ਆਪਾਂ ਚੱਲਦੇ ਆ ਭਗਵੰਤ ਮਾਨ ਸਾਹਿਬ ਦੇ ਕੱਲ ਦੇ ਸਟੀਕ ਹਮਲੇ ਤੇ। ਇੱਕ ਮੋਟੇ ਤੌਰ ਤੇ ਇੱਕ ਪੇਂਡੂ ਵਾਂਗ ਵੇਖਾਂ ਨਾ ਤੇ ਉਹ ਹਮਲਾ ਠੀਕ ਸੀ। ਜੇਕਰ ਇੱਕ ਪੇਂਡੂ ਵਾਂਗ ਮੈਂ ਕਿਸੇ ਤੇ ਹਮਲਾ ਕਰਨਾ ਹੋਵੇ ਤੇ ਉਹ ਠੀਕ ਸੀ, ਸਟੀਕ ਸੀ, ਬਹੁਤ ਵਿਅੰਗਾਤਮਕ ਸੀਗਾ, ਔਰ ਸਾਰੇ ਦੇ ਸਾਰੇ ਜਿੰਨੇ ਵੀ ਹੁਣ ਤੱਕ ਦੇ ਵਾਰ ਸੀ ਉਹਨਾਂ ਦਾ ਮੋੜਵਾ ਜ਼ਬਰਦਸਤ ਵਾਰ ਸੀਗਾ ਤੇ ਉਹਦੀ ਪੇਸ਼ਕਾਰੀ ਵੀ ਜ਼ਬਰਦਸਤ ਸੀ। ਪਰ ਬਤੌਰ ਮੁੱਖ ਮੰਤਰੀ ਮੈਨੂੰ ਲੱਗਦਾ ਸੀ ਕਿ ਇਹ ਤੋਂ ਬਚਿਆ ਜਾ ਸਕਦਾ ਸੀ। ਭਾਸਕਰ ਸਾਹਿਬ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਾਰੀ ਵਿਰੋਧੀ ਪਾਰਟੀਆਂ ਜਲੰਧਰ ਦੇ ਵਿੱਚ ਇੱਕ ਅਖਬਾਰ ਦੇ ਦਫ਼ਤਰ ਵਿੱਚ ਇਕੱਠੀ ਹੋਈ ਸੀ, ਅਸੀਂ ਪਹਿਲੇ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਉੱਥੇ ਬਹੁਤ ਸਾਰੀ ਗੱਲਾਂ ਹੋਈ ਸੀ ਔਰ 90% ਗੱਲਾਂ ਨਾਨ ਸੀਰੀਅਸ ਹੋਈ ਸੀ ਔਰ ਇੱਕ ਦੂਜੇ ਸਾਰਿਆਂ ਦਾ ਇੱਕੋ ਹੀ ਵਾਰ ਸੀਗਾ। ਯਾਨੀ ਆਮ ਆਦਮੀ ਪਾਰਟੀ ਦੇ MLA ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਹਮਲਾ ਕਹਿਣਾ, ਔਰ ਹਮਲੇ ਦਾ ਲੈਵਲ ਵੀ ਕਾਫੀ ਥੱਲੇ ਵਾਲਾ ਸੀਗਾ ਜਿਹਦਾ ਕੋਈ ਆਧਾਰ ਨਹੀਂ ਸੀਗਾ। ਉਸ ਤੋਂ ਬਾਅਦ ਵਾਰੀ ਸੀਗੀ ਮੁੱਖ ਮੰਤਰੀ ਦੀ। ਹੁਣ ਮੁੱਖ ਮੰਤਰੀ ਸਾਹਿਬ ਪਹਿਲੇ ਤੇ ਨਹੀਂ ਬੋਲੇ, ਪਹਿਲੇ ਤਾਂ ਉਹਨਾਂ ਦੇ 5 ਮੰਤਰੀ ਤੇ ਕਾਫੀ ਸਾਰੇ MLA ਉਹਨਾਂ ਗੱਲਾਂ ਦੀ ਗੱਲ ਕਰਦੇ ਰਹੇ ਜਿਹਦੇ ਵਿੱਚ ਬਾਜਵਾ ਸਾਹਿਬ ਨੇ ਇਹ ਕਮੈਂਟ ਕੀਤਾ ਸੀਗਾ ਵੀ ਹੁਣ ਮੋਬਾਈਲ ਚਾਰਜ ਕਰਨ ਵਾਲੇ ਵੀ MLA ਬਣ ਗਏ, ਇਹਨਾਂ ਦੇ ਵਿਆਹ ਨਹੀਂ ਹੁੰਦੇ ਸੀ, ਵਿਆਹ ਹੋ ਗਏ,
ਬਾਅਦ ਚੋਂ ਸਰਕਾਰ ਟੁੱਟ ਜਾਣੀ ਹੈ, ਇਹਨਾਂ ਦੇ ਘਰ ਟੁੱਟ ਜਾਣੇ, ਇਹ ਸਾਰੀ तमाम ਗੱਲਾਂ ਬਾਜਵਾ ਸਾਹਿਬ ਨੇ ਆਪਣੀ ਉਸ ਦਿਨ ਦੀ ਸਪੀਚ ਵਿੱਚ ਕਹੀ ਸੀ, ਜਿਹਦਾ ਵਿਰੋਧ ਆਮ ਆਦਮੀ ਪਾਰਟੀ ਦੇ ਮੰਤਰੀਆਂ ਸਮੇਤ ਕਈ ਐਮਐਲਏ ਨੇ ਕੀਤਾ ਤੇ ਅਲਟੀਮੇਟਮ ਵੀ ਦਿੱਤਾ 1 ਹਫ਼ਤੇ ਦੇ ਵਿੱਚ ਅਗਰ ਬਾਜਵਾ ਸਾਹਿਬ ਮਾਫੀ ਨਹੀਂ ਮੰਗਦੇ ਤੇ ਫਿਰ ਇਹ ਗੱਲ ਹੋਰ ਕਿਤੇ ਚਲੀ ਜਾਏਗੀ। ਹੁਣ ਬਾਜਵਾ ਸਾਹਿਬ ਨੇ ਵੀ ਕੱਲ 12 ਵਜੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਗੱਲਾਂ ਦਾ ਸਿੱਧਾ ਜਵਾਬ ਤੇ ਨਹੀਂ ਦਿੱਤਾ। ਉਹਨਾਂ ਨੇ ਕਿਹਾ ਮੈਂ ਕਿਸੇ ਵੀ ਤਰੀਕੇ ਦੀ ਕਾਸਟ ਜਾਤੀ ਦਾ ਨਾਂ ਨਹੀਂ ਲਿਆ ਔਰ ਮੈਂ ਦਲਿਤ ਐਮਐਲਏ ਦੀਆਂ ਐਮਪੀ ਦੀਆਂ ਜਿਹੜੇ ਮੰਤਰੀ ਹੈਗੇ ਆ ਉਹਨਾਂ ਦੇ ਉੱਤੇ ਕੋਈ ਅਟੈਕ ਨਹੀਂ ਕੀਤਾ। ਔਰ ਨਾਲ ਦੇ ਨਾਲ ਡਿਪਟੀ ਸੀਐਮ ਦਾ ਮੁੱਦਾ ਕਿ ਡਿਪਟੀ ਸੀਐਮ ਦਲਿਤ ਕਿਉਂ ਨਹੀਂ ਹੈ, ਕੇਜਰੀਵਾਲ ਉਹਨਾਂ ਦੇ ਵਾਅਦੇ ਕਰਨ ਦੇ ਬਾਵਜੂਦ ਵੀ ਅੱਜ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਦਲਿਤ ਕਿਉਂ ਨਹੀਂ ਬਣਾਇਆ ਗਿਆ। ਅਟੈਕ ਤੇ ਜਾਰੀ ਸੀਗੇ। ਇਹਦੇ ਵਿੱਚ ਭਗਵੰਤ ਮਾਨ ਉਹਨਾਂ ਦੀ ਵੀ ਕੱਲ ਵਾਰੀ ਆ ਗਈ ਜਦ ਮੋਹਾਲੀ ਦੇ ਵਿੱਚ ਉਹ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕਰਨ ਗਏ ਸੀ। ਉਹਨਾਂ ਨੇ ਆਪਣਾ ਦਿਲ ਖੋਲਿਆ ਪਰ ਦਿਲ ਕੁਝ ਜ਼ਿਆਦਾ ਹੀ ਖੋਲ ਗਏ। ਦਿਲ ਖੋਲਦੇ ਟਾਈਮ ਇਹ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕੀ ਜਿੰਨੇ ਵੀ ਲੀਡਰ ਪੋਲੀਟੀਕਲ ਲੀਡਰ ਜਲੰਧਰ ਦੇ ਵਿੱਚ ਇਕੱਠੇ ਹੋਏ ਸੀਗੇ ਉਹ ਸਾਰੀ ਇੱਕ ਕੋਟਰੀ ਸ਼ਬਦ ਮਤਲਬ ਇੱਕ ਗਰੁੱਪ ਕਹਿ ਲਓ, ਝੁੰਡ ਕਹਿ ਲਓ, ਉਹ ਸਾਰੇ ਰਿਜੈਕਟਡ ਪੋਲੀਟੀਸ਼ੀਅਨ ਦਾ ਇੱਕ ਗਰੁੱਪ ਸੀਗਾ ਜਿਹੜਾ ਉੱਥੇ ਇਕੱਠਾ ਹੋਇਆ ਸੀਗਾ ਲੋਕਾਂ ਨੇ ਜਿਨ੍ਹਾਂ ਨੂੰ ਰਿਜੈਕਟ ਕਰਦਾ ਹੈ। ਉਸ ਤੋਂ ਇਲਾਵਾ ਕੁਝ ਨਿੱਜੀ ਗੱਲਾਂ ਕੱਲ ਭਗਵੰਤ ਮਾਨ ਉਹਨਾਂ ਕਰਦੇ ਰਹੇ। ਮੀਡੀਆ ਨੇ ਬਹੁਤੀ ਤਵੱਜੋ ਤਾਂ ਨਹੀਂ ਦਿੱਤੀ ਉਹਨਾਂ ਗੱਲਾਂ ਨੂੰ, ਲੇਕਿਨ ਉਹ ਗੱਲਾਂ ਖਾਨਦਾਨ ਦੇ ਉੱਤੇ, ਪਿਓ ਦੇ ਉੱਤੇ, 2 ਸ਼ਾਦੀਆਂ ਦੇ ਉੱਤੇ, ਜੇ 2 ਸ਼ਾਦੀਆਂ ਨਹੀਂ ਹੁੰਦੀ ਤੇ ਕੋਈ ਵਿਅਕਤੀ ਇਸ ਧਰਤੀ ਤੇ ਨਹੀਂ ਹੁੰਦਾ, ਕਿਉਂਕਿ ਉਸ ਜਲੰਧਰ ਦੇ ਫੰਕਸ਼ਨ ਦੇ ਵਿੱਚ ਵੀ ਭਗਵੰਤ ਮਾਨ ਉਹਨਾਂ ਦੀ 2 ਸ਼ਾਦੀਆਂ ਦੇ ਉੱਤੇ, ਦੂਜੀ ਸ਼ਾਦੀ ਦੇ ਉੱਤੇ ਅਟੈਕ ਹੋਇਆ ਸੀ, ਉਹਦਾ ਜਵਾਬ ਕੱਲ ਦਿੱਤਾ। ਹਾਲਾਂਕਿ ਮੀਡੀਆ ਨੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਾ ਬਹੁਤੀ ਤਵੱਜੋ ਨਹੀਂ ਦਿੱਤੀ, ਲੇਕਿਨ ਪੋਲਿਟਿਕਸ ਦਾ ਸਟੈਂਡਰਡ ਲੋ ਹੋ ਗਿਆ। ਇੱਕ ਦੂਜੇ ਦੇ ਜਾਤੀ ਹਮਲੇ ਕਰਨੇ, ਜਿਹੜੀ ਜਲੰਧਰ ਤੋਂ ਗੱਲ ਸ਼ੁਰੂ ਹੋਈ ਸੀ, ਉਮੀਦ ਸੀ ਕਿ ਭਗਵੰਤ ਮਾਨ ਉਹਨਾਂ ਇਸ ਦੇ ਉੱਤੇ ਸਿਆਣਪਤੰਤੀ ਕਰਕੇ ਉਹ ਆਪਣੇ ਆਪ ਵਿੱਚ ਇਹਨਾਂ ਮੁੱਦਿਆਂ ਨੂੰ ਹੋਰ ਲੋ ਨਹੀਂ ਕਰਨਗੇ, ਪਰ ਉਹ ਵੀ ਕੱਲ ਕੁਝ ਦਿਲ ਤੋਂ ਗੱਲਾਂ ਕਰਕੇ ਜਿਹੜੀ ਕਿਸੇ ਹੋਰ ਨੂੰ ਕੁਝ ਚੁੱਪ ਸਕਦੀ ਸੀ। ਨਵਜੋਤ ਸਿੰਘ ਸਿੱਧੂ ਕੱਲਿਆਂ ਬਹਿ ਕੇ ਇਹ ਤਾਂ ਜ਼ਰੂਰ ਸੋਚਦੇ ਹੋਣਗੇ ਵੀ ਯਾਰ ਮੈਂ ਇੰਨੇ ਨੀਵੇਂ ਲੈਵਲ ਤੇ ਕਿਉਂ ਗਿਆ। ਪ੍ਰਤਾਪ ਸਿੰਘ ਬਾਜਵਾ ਕੱਲ ਜਵਾਬ ਦਿੰਦਿਆਂ ਅੰਦਰ ਹੀ ਅੰਦਰ ਸੋਚ ਰਹੇ ਹੋਣਗੇ ਕਿ ਕੀ ਲੋੜ ਸੀ ਮੈਨੂੰ ਹਵਾ ਦੇ ਰੁੱਖ ਨਾਲ ਵਹਿਣ ਦੀ। ਉੱਥੇ ਜਿੰਨੇ ਲੀਡਰ ਸੀ ਉਸ ਦਿਨ ਜਲੰਧਰ 'ਚ ਇੱਕ ਦੂਜੇ ਤੋਂ ਵੱਧ ਇਸ ਤਰ੍ਹਾਂ ਦੇ ਵਿਅੰਗ ਕਰਨਾ ਚਾਹੁੰਦੇ ਸੀ, ਹਾਲਾਂਕਿ ਵਿਅੰਗ ਇਹਨਾਂ ਦਾ ਖੇਤਰ ਨਹੀਂ ਸੀ। ਇਹਨਾਂ ਨੇ ਉਸ ਜਨਰ ਦੇ ਵਿੱਚ ਜਾ ਕੇ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਜਿਹੜਾ ਮੁੱਖ ਮੰਤਰੀ ਦਾ ਆਪਣਾ ਹੈ, ਤੇ ਫਿਰ ਉਹਦਾ ਜਵਾਬ ਤਾਂ ਆਉਣਾ ਸੀ, ਤੇ ਜਿਹੜਾ ਜਵਾਬ ਪਹਿਲਾਂ ਵੀ ਆਉਂਦਾ ਰਿਹਾ ਤੇ ਕੱਲ ਵੀ ਆਉਂਦਾ ਰਿਹਾ ਉਹ ਬੜਾ ਖਤਰਨਾਕ ਸੀ। ਉਹ ਪੰਜਾਬ ਦੀ ਰਾਜਨੀਤੀ ਵਿੱਚ ਲੈਵਲ ਨਿਰਧਾਰਿਤ ਕਰਨ ਵਾਲਾ ਸੀ। ਮੁੱਖ ਮੰਤਰੀ 2 ਗੱਲਾਂ ਕਹਿ ਕੇ ਬਚਣ ਦਾ ਯਤਨ ਕਰਦੇ ਆ ਕਿ ਤੁਸੀਂ ਕਹੋਗੇ ਮੁੱਖ ਮੰਤਰੀ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤੁਸੀਂ ਜੇ ਇਸੇ ਪਿੱਚ ਤੇ ਆਉਣਾ ਤੇ ਆਓ, ਫਿਰ ਇਸੇ ਤੇ ਖੇਡ ਲੈਂਦੇ ਆ, ਤੁਹਾਡੇ ਕੋਲ ਮੁੱਦੇ ਹੈ ਨਹੀਂ, ਤੁਸੀਂ ਮੁੱਦਾਹੀਣ ਹੋ, ਤੁਸੀਂ ਮੁੱਦਿਆਂ ਦੀ ਗੱਲ ਇਹ ਕਹਿ ਕੇ ਉਹ ਜਸਟੀਫਾਈ ਤਾਂ ਕਰ ਰਹੇ ਸੀਗੇ। ਪਰ ਅੱਜ ਦੀਆਂ ਅਖਬਾਰਾਂ ਨੇ ਇਸ ਮੁੱਦੇ ਨੂੰ ਪ੍ਰਮੁਖਤਾ ਨਾ ਦੇ ਕੇ ਇਸ ਗੱਲ ਨੂੰ ਰਿਜੈਕਟ ਕਰਤਾ ਹੈ ਕਿ ਇਹ ਪੋਲਿਟਿਕਸ, ਇਸ ਤਰ੍ਹਾਂ ਦੀ ਰਾਜਨੀਤੀ ਦਾ ਪੱਧਰ ਅਸੀਂ ਇਹਨੂੰ ਐਪਰੀਸ਼ੀਏਟ ਨਹੀਂ ਕਰਦੇ। ਇੰਦਰਪ੍ਰੀਤ ਜੀ ਕੀ ਕਹਿੰਦੇ ਹੋ? ਚੰਡੀਗੜ੍ਹ ਦੀ ਪ੍ਰੈਸ ਇਹਦੇ ਵਿੱਚ ਕੀ ਕਹਿੰਦੀ? ਰੰਧਾਵਾ ਸਾਹਿਬ ਦੇਖੋ, ਬਿਲਕੁਲ ਇਹ ਗੱਲ ਕਾਫੀ ਕੱਲ ਜਿਹੜੇ ਵੀ ਸਾਡੇ ਰਿਪੋਰਟਰਸ ਕੰਮ ਕਰਦੇ ਆ, ਅਸੀਂ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਆ ਤੇ ਜਦੋਂ ਕਹਿੰਦੇ ਪੁੱਛਦੇ ਆ ਵੀ ਕੀ ਰਿਪੋਰਟ ਕਰਨਾ ਹੈ, ਤਾਂ ਸਭ ਦੀ ਤਕਰੀਬਨ ਇਹ ਰਾਏ ਸੀ ਯਾਰ ਵੀ ਸਾਨੂੰ ਨਾ ਇਹ ਰਿਪੋਰਟ ਹੀ ਨਹੀਂ ਕਰਨਾ ਚਾਹੀਦਾ। ਵੀ ਜੇ ਇਹ ਇੰਨੇ ਨੀਵੇਂ ਪੱਧਰ ਤੇ ਗਿਰੀ ਜਾ ਰਿਹਾ ਹੈ ਤਾਂ ਘੱਟੋ ਘੱਟ ਸਾਨੂੰ ਆਪਣੀ ਗਰਿਮਾਤਾ ਦਾ ਖਿਆਲ ਰੱਖਣਾ ਹੀ ਚਾਹੀਦਾ ਹੈ ਵੀ ਆਪਾਂ ਕੀ ਜੋ ਇਹ ਬੋਲੀ ਜਾਣਗੇ ਕਿ ਅਸੀਂ ਉਹ ਰਿਪੋਰਟ ਵੀ ਕਰਨਾ। ਫਿਰ ਠੀਕ ਹੈ, ਇਹ ਜੀਆਂ ਚੀਜ਼ਾਂ ਇੰਟਰਨੈਟ ਮੀਡੀਆ ਤੇ ਫੇਸਬੁੱਕਾਂ ਤੇ ਅੱਛੀਆਂ ਲੱਗਦੀਆਂ, ਉਹ ਲੋਕ ਸੁਣਦੇ ਵੀ ਆ, ਦਿਲਚਸਪੀ ਨਾਲ ਸੁਣਦੇ ਆ। ਮੈਂ ਨਹੀਂ ਕਹਿ ਰਿਹਾ ਕਿ ਇਹ ਦਿਲਚਸਪੀ ਨਾਲ ਨਹੀਂ ਸੁਣੀ ਜਾਂਦੀ, ਦਿਲਚਸਪੀ ਨਾਲ ਸੁਣੀ ਜਾਂਦੀ ਹੈ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਆਉਂਦਾ ਵੀ ਕੀ ਪੰਜਾਬ ਕੋਲੇ ਹੁਣ ਸਿਰਫ ਇਹੀ ਮੁੱਦੇ ਰਹਿ ਗਏ ਕਿ ਅਸੀਂ ਕਿਸੇ ਦੂਸਰੇ ਦੀਆਂ ਪਤਨੀਆਂ ਦੇਖੀ ਜਾਈਏ ਉਹ ਕਿੰਨਵੀਂ ਹੈ ਜਾਂ ਕਿੰਨਵੇਂ ਦਾ ਬੱਚਾ ਕਿੰਨਵਾ ਹੈ। ਸੋ ਇਹ ਇੰਨੇ ਨੀਵੇਂ ਪੱਧਰ ਦੀ ਜਿਹੜੀ ਸ਼ੁਰੂਆਤ ਹੈ ਉਹ ਜਿਹੜੀ ਨਵਜੋਤ ਸਿੱਧੂ ਹੋਰਾਂ ਨੇ ਕੀਤੀ ਹੈ ਜਾਂ ਪ੍ਰਤਾਪ ਬਾਜਵਾ ਹੋਰਾਂ ਨੇ ਉੱਤੇ ਕੀਤੀ ਹੈ ਨਿੱਜੀ ਟਿੱਪਣੀਆਂ ਕਰਕੇ, ਸੀਐਮ ਦਾ ਸਿਰਫ ਉਹ ਜਵਾਬ ਪਰ ਹੈ। ਪਰ ਮੈਂ ਫਿਰ ਵੀ ਇਹ ਕਹੂੰਗਾ ਕਿ ਸੀਐਮ ਨੂੰ ਫਿਰ ਵੀ ਆਪਣੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਵੀ, ਕਿਉਂਕਿ ਓਪੋਜੀਸ਼ਨ ਤਾਂ ਇਸ ਤਰ੍ਹਾਂ ਦੇ ਮਤਲਬ ਜੁਮਲੇ ਜਾਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ, ਇਸ ਤਰ੍ਹਾਂ ਦੀ ਭਾਸ਼ਣਬਾਜ਼ੀਆਂ ਕਰਦੀ ਹੀ ਰਹੇਗੀ। ਕਿ ਸੀਐਮ ਨੂੰ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਕਿਉਂਕਿ ਮੈਂ ਸ਼ਾਇਦ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਕਿ ਇਹੀ ਚੀਜ਼ ਮੈਂ ਮਨੋਹਰ ਲਾਲ ਖੱਟਰ ਹੋਰਾਂ ਨੂੰ ਨਹੀਂ ਕਰਦੇ ਗਈ ਦੇਖਿਆ। ਉਹ ਜਦੋਂ ਵੀ ਉਹਨਾਂ ਨੂੰ ਕੋਈ ਪੁੱਛਦੇ ਨਾ ਇਦਾਂ ਦੀ ਵੀ ਹੁੱਡਾ ਸਾਹਿਬ ਨੇ ਤੁਹਾਡੇ ਤੇ ਟਿੱਪਣੀ ਕਰਤੀ, ਉਦੋਂ ਕਹਿਣਗੇ ਉਹ ਤੁਹਾਡਾ ਉਹਨਾਂ ਦਾ ਕੰਮ ਹੈ, ਉਹ ਵਿਪਕਸ਼ ਨੇ, ਉਹਨਾਂ ਦਾ ਕੰਮ ਹੈ ਮੈਨੂੰ ਇਸ ਤਰ੍ਹਾਂ ਦਾ ਕਰਨਾ। ਕੀ ਉਹ ਤੁਹਾਡੇ ਮੈਨੂੰ ਇਹ ਕਹਿਣਗੇ ਕਿ ਮੈਂ ਬਹੁਤ ਅੱਛਾ ਕੰਮ ਕਰ ਰਿਹਾ? ਉਹ ਇਹੀ ਕਹਿਣਗੇ ਕਿ ਮੈਂ ਇਹ ਮਾੜਾ ਕੰਮ ਕਰ ਰਿਹਾ। ਸੋ ਮੈਂ ਆਪਣਾ ਕੰਮ ਕਰਨਾ ਹੈ। ਇਹੀ ਗੱਲ ਮੈਨੂੰ ਲੱਗਦਾ ਕਿ ਕੱਲ ਭਗਵੰਤ ਮਾਨ ਹੋਰਾਂ ਨੂੰ ਵੀ ਕਰਨੀ ਚਾਹੀਦੀ ਸੀ। ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਉਹ ਠੀਕ ਹੈ, ਉਹਨਾਂ ਦਾ ਕੰਮ ਹੈ, ਉਹ ਨਿੱਜੀ ਟਿੱਪਣੀਆਂ ਕਰੀ ਜਾਣ, ਪਰ ਮੈਂ ਪੰਜਾਬ ਨੂੰ ਲੀਹ ਤੇ ਲੈ ਕੇ ਆਉਣਾ ਹੈ।
ਮੇਰਾ ਫੋਕਸ ਸਿਰਫ ਔਰ ਸਿਰਫ ਉੱਤੇ ਹੈ ਔਰ ਮੈਂ ਸਿਰਫ ਔਰ ਸਿਰਫ ਉਹੀ ਕੰਮ ਕਰੂੰਗਾ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਦਾ ਕੱਦ ਕਿਤੇ ਜ਼ਿਆਦਾ ਉੱਚਾ ਹੁੰਦਾ, ਜੋ ਮੈਂ ਸੋਚਦਾ ਕਿ ਫਿਰ ਜ਼ਿਆਦਾ ਉੱਚੇ ਕੱਦ ਦੇ ਹੁੰਦੇ। ਦੂਸਰੀ ਗੱਲ, ਕਈ ਵਾਰੀ ਵਿਧਾਨ ਸਭਾ 'ਚ ਵੀ ਅਸੀਂ ਅਕਸਰ ਦੇਖਦੇ ਹਾਂ, ਵਿਕਰਮ ਮਜੀਠੀਆ ਹੋਣ ਚਾਹੇ ਕੋਈ ਹੋਣ, ਇਹ ਜਿਹੜੇ ਜਿੰਨੇ ਵੀ ਓਪੋਜੀਸ਼ਨ ਦੇ ਲੀਡਰਸ ਨੇ, ਉਹ ਕਈ ਵਾਰ ਬਹੁਤ ਤਿੱਖੀਆਂ ਚੋਬਾਂ ਮਾਰਦੇ ਆ। ਮੈਨੂੰ ਯਾਦ ਆ ਪਿਛਲੀ ਵਾਰ ਜਦੋਂ ਵਿਧਾਨ ਸਭਾ ਦੇ ਵਿੱਚ, ਤੁਹਾਨੂੰ ਯਾਦ ਹੋਊਗਾ, ਵਿਕਰਮ ਮਜੀਠੀਆ ਨੇ ਨਿੱਜੀ ਟਿੱਪਣੀਆਂ ਮਨਪ੍ਰੀਤ ਬਾਦਲ ਹੋਣਾ ਤੇ ਕੀਤੀਆਂ ਸੀਗੀਆਂ, ਬਹੁਤ ਨਿੱਜੀ ਟਿੱਪਣੀਆਂ, ਤੇ ਅਲਟੀਮੇਟਲੀ ਜਦੋਂ ਫਿਰ ਮਨਪ੍ਰੀਤ ਬਾਦਲ ਨੇ ਉਹਦਾ ਜਵਾਬ ਦਿੱਤਾ ਤਾਂ ਉਹ ਇੰਨਾ ਜ਼ਿਆਦਾ ਤਿੱਖਾ ਸੀ ਕਿ ਸਮੇਤ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਬਾਦਲ, ਸਾਰਿਆਂ ਨੂੰ ਉਹ ਬਹੁਤ ਜ਼ਿਆਦਾ ਚੁਭਿਆ। ਸੋ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਨਾ ਕਿਸੇ ਵੀ ਵਿਅਕਤੀ ਦੇ ਉੱਪਰ ਹਮਲਾ ਕਰਨ ਦੀ, ਚਾਹੇ ਨਿੱਜੀ ਹੋਵੇ, ਫਿਰ ਸਾਨੂੰ ਇਹ ਅਪੇक्षा ਨਹੀਂ ਕਰਨੀ ਚਾਹੀਦੀ ਵੀ ਉਹ ਸਾਡੇ, ਜੇ ਮੈਂ ਉਹਦੇ ਇੱਕ ਥੱਪੜ ਮਾਰਿਆ ਤਾਂ ਉਹ ਮੈਨੂੰ ਇੱਕੋ ਹੀ ਮੋੜੇਗਾ, ਉਹ ਤੁਹਾਡੇ 4 ਵੀ ਲਗਾ ਸਕਦਾ ਹੈ। ਸੋ ਇਹ ਜਿਹੜੀ ਬਿਆਨਬਾਜ਼ੀ ਇਸ ਕਿਸਮ ਦੀ ਹੁੰਦੀ ਹੈ, ਸਾਨੂੰ ਟਰੈਕ ਤੋਂ ਹਮੇਸ਼ਾ ਉਤਾਰ ਦਿੰਦੀ ਹੈ। ਅਸੀਂ ਫੋਕਸ ਨਹੀਂ ਕਰ ਪਾਉਂਦੇ ਕਿ ਅਸੀਂ ਕਰਨਾ ਕੀ ਹੈ। ਸੋ ਜ਼ਿਆਦਾ ਮੈਨੂੰ ਲੱਗਦਾ ਕਿ ਅਸੀਂ ਉਸ ਤੇ ਕਰੀਏ। ਮੈਂ ਅਖਬਾਰਾਂ ਨੂੰ ਦੇਖ ਕੇ ਤਾਂ ਇਹ ਕਹਿ ਸਕਦਾ ਵੀ ਘੱਟੋ ਘੱਟ ਮੀਡੀਆ ਨੇ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਦੀ। ਖਾਸ ਤੌਰ ਤੇ ਪ੍ਰਿੰਟ ਮੀਡੀਆ ਦਾ ਜ਼ਿਕਰ ਕਰਦਿਆਂ ਇਹ ਗੱਲ ਕਹਿਣੀ ਬਣਦੀ ਹੈ ਕਿ ਇਸ ਗੱਲ ਨੂੰ ਸੋਚ ਸਮਝ ਕੇ ਅੱਗੇ ਵਧਾਇਆ ਗਿਆ। ਖੈਰ, ਜੇ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਸੰਕੇਤਾਂ 'ਚ ਗੱਲ ਕਰਦੇ, ਵਿਅੰਗ 'ਚ ਵੀ ਕਰ ਲੈਂਦੇ, ਸੰਕੇਤਾਂ 'ਚ ਕਰ ਦਿੰਦੇ, ਸਿੱਧਾ ਹਮਲਾ ਨਾ ਕਰਦੇ, ਲੋਕ ਪੋਤੜੇ ਫਰੋਲਣ ਤੋਂ ਪਿੱਛੇ ਨਹੀਂ ਸੀ ਰਹਿਣੇ। ਸੋਸ਼ਲ ਮੀਡੀਆ ਦੇ ਉੱਤੇ ਉਸ ਗੱਲ ਦੀ ਹਨੇਰੀ ਆਉਣੀ ਸੀ ਜੇ ਸੰਕੇਤ 'ਚ ਵੀ ਗੱਲ ਕਰ ਦਿੰਦੇ। ਲੇਕਿਨ ਜਿਹੜੀ ਇੱਕ ਹਮਦਰਦੀ ਭਗਵੰਤ ਮਾਨ ਦੇ ਹੱਕ 'ਚ ਚੱਲ ਰਹੀ ਸੀ ਜਲੰਧਰ ਦੇ ਉਸ ਇਕੱਠ ਤੋਂ ਬਾਅਦ, ਉਹ ਕਾਫੀ ਅਹਿਮ ਸੀਗੀ। ਲੋਕ ਇਹ ਸਮਝ ਰਹੇ ਸੀਗੇ ਕਿ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਨੇ ਉਹ ਸਾਰੇ ਵਿਅਕਤੀ ਜਿਹੜੇ ਲੋਕਾਂ ਨੇ ਘਰ ਬਿਠਾਏ ਨੇ। ਖੈਰ, ਇਹ ਮੈਨੂੰ ਲੱਗਦਾ ਕਿ ਅਗਲੇ ਦੌਰ 'ਚ ਗੱਲ ਚਲੇਗੀ। ਮੈਂ ਭਾਸਕਰ ਸਾਹਿਬ ਤੁਹਾਡੇ ਕੋਲ, ਕਿਉਂਕਿ ਸਾਡੇ ਕੋਲ 2 ਅਹਿਮ ਮੁੱਦੇ ਰਹਿ ਗਿਆ। ਇੱਕ ਤਾਂ MSP ਵਾਲਾ, ਉਹ ਮੈਂ ਇੰਦਰਪ੍ਰੀਤ ਜੀ ਕੋਲ ਲੈ ਕੇ ਚੱਲਿਆ, ਇਹਨਾਂ ਦਾ ਆਪਣਾ ਖੇਤਰ ਹੈ, ਇਹਨਾਂ ਦੀ ਖੇਤੀ ਦੇ ਵਿੱਚ ਕਾਫੀ ਦਿਲਚਸਪੀ ਹੈ। ਪਰ ਮੈਂ ਜਿਹੜਾ ਤੁਹਾਡੇ ਕੋਲ ਮੁੱਦਾ ਲੈ ਕੇ ਆ ਰਿਹਾ ਉਹ ਹੈਗਾ ਵਿਜੀਲੈਂਸ ਵੱਲੋਂ ਚੰਨੀ ਦੇ ਭਾਣਜੇ ਨਾਲ ਸੰਬੰਧਿਤ। ਉਹੀ ਭਾਣਜਾ ਜਿਹਦੇ ਖਿਲਾਫ ED ਜਾਂਚ ਕਰ ਰਹੀ ਹੈ, ਜਿਹਨੂੰ ਜੇਲ੍ਹ 'ਚ ਰਹਿਣਾ ਪਿਆ, ਹਨੀ ਦੀ ਗੱਲ ਹੋ ਰਹੀ ਹੈ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਆਖਰ ਵਿਜੀਲੈਂਸ ਹੁਣ ਕਿਹੜੀ ਜਾਂਚ ਕਰਨ ਲੱਗੀ ਹੈ? ਦੇਖੋ, ਜਿਸ ਤਰੀਕੇ ਨਾਲ ਹਨੀ ਜਿਹੜਾ ਚੰਨੀ ਉਹਨਾਂ ਦਾ ਭਾਂਜਾ ਪਹਿਲੇ ਵੀ ਚਰਚਾਵਾਂ ਦੇ ਵਿੱਚ ਰਿਹਾ, ਜਦੋਂ ਉਹਦੇ ਕੋਲੋਂ ਤਕਰੀਬਨ 10 ਕਰੋੜ ਰੁਪਏ ਦੇ ਕਰੀਬ ਰਿਕਵਰ ਹੋਏ ਸੀ। ਹੁਣ ਇੱਕ ਵੱਖਰੇ ਤਰੀਕੇ ਨਾਲ ਵਿਜੀਲੈਂਸ ਨੇ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਸ਼ੁਰੂ ਕੀਤੀ ਹੈ। ਕਾਰਨ ਕਿ ਜਦ ਚੰਨੀ ਉਹਨਾਂ ਮੁੱਖ ਮੰਤਰੀ ਸੀਗੇ ਤੇ ਉਹਨਾਂ ਦੇ ਭਾਂਜੇ ਹਨੀ ਨੂੰ ਪੂਰੀ VIP ਸਟੇਟਸ ਮਿਲਿਆ ਹੋਇਆ ਸੀਗਾ, 2 ਐਸਕੋਰਟ ਗੱਡੀਆਂ, ਉਸ ਤੋਂ ਇਲਾਵਾ 18 ਤੋਂ 22 ਕਮਾਂਡੋ ਉਹਨਾਂ ਦੀ ਸੇਵਾ ਦੇ ਵਿੱਚ, ਉਹਨਾਂ ਦੀ ਸੁਰੱਖਿਆ ਦੇ ਵਿੱਚ ਹਮੇਸ਼ਾ ਹੁੰਦੇ ਸੀ। ਭਾਵੇਂ ਉਹ ਇੱਕ ਪ੍ਰਾਈਵੇਟ ਫਲੈਟ ਵਿੱਚ ਰਹਿੰਦੇ ਸੀਗੇ, ਪਰ ਉਹ ਫਲੈਟ ਹਮੇਸ਼ਾ ਸੁਰੱਖਿਆ ਯਾਨੀ ਕਮਾਂਡੋਜ਼ ਦੇ ਨਾਲ ਘਿਰਿਆ ਰਹਿੰਦਾ ਸੀਗਾ। ਹੁਣ ਇਹ ਕਿਹਦੇ ਕਹਿਣ ਤੇ ਦਿੱਤੇ ਸੀਗੇ? ਅਫਕੋਰਸ ਦਿੱਤੇ ਤੇ ਚੰਨੀ ਉਹਨਾਂ ਦੇ ਕਹਿਣ ਤੇ ਹੀ ਹੋਣਗੇ। ਏਦਾਂ ਦੀ ਗੱਲਾਂ ਕਦੀ ਰਿਕਾਰਡ ਇਹ ਵੀ ਭਾਸਕਰ ਸਾਹਿਬ, ਇਹ ਵੀ ਸਵਾਲ ਆ ਕਿ ਅਫੀਸ਼ੀਅਲ ਦਿੱਤੇ ਸੀ, ਬਾਈ ਨੇਮ ਦਿੱਤੇ ਸੀ, ਉਹਨਾਂ ਦੇ ਨਾਂ ਤੇ ਅਲਾਟ ਸੀ, ਜਾਂ ਮੁੱਖ ਮੰਤਰੀ? ਕਿਉਂਕਿ ਆਮ ਤੌਰ ਤੇ ਦੇਖਿਆ ਤੇ ਜਾਂਦਾ ਸੀ ਕਿ ਉੱਥੇ ਲੋਕਾਂ ਦੀ ਗਹਿਮਾ ਗਹਿਮੀ ਉਹਨਾਂ ਦਿਨਾਂ 'ਚ ਉਸ ਸੁਸਾਇਟੀ 'ਚ ਵੱਧ ਗਈ ਸੀ। ਰਿਪੋਰਟ ਵੀ ਹੁੰਦਾ ਰਿਹਾ ਬਾਅਦ 'ਚ ਕਿ ਲੋਕਾਂ ਦਾ ਆਉਣਾ ਜਾਣਾ, ਅਫਸਰਾਂ ਦਾ ਆਉਣਾ ਜਾਣਾ, ਰੌਲੇ ਬਦਲੀਆਂ ਦੇ ਪੈਂਦੇ ਰਹੇ ਵੀ ਉੱਥੋਂ ਬਦਲੀ ਸੌਖੀ ਹੋ ਜਾਂਦੀ ਹੈ। IAS ਅਫਸਰਾਂ ਦੇ ਗੇੜੇ, ਖਾਸ ਤੌਰ ਤੇ ਪੁਲਿਸ ਅਫਸਰਾਂ ਦੇ ਗੇੜਿਆਂ ਦਾ ਬਹੁਤ ਜ਼ਿਕਰ ਹੁੰਦਾ ਰਿਹਾ। ਤੇ ਇਹ ਕੋਈ ਅਫੀਸ਼ੀਅਲ ਤਾਂ ਦੇ ਨਹੀਂ ਸਕਦੇ। ਅਫੀਸ਼ੀਅਲ ਦਿੱਤਾ ਸੀਗਾ ਜੀ? ਦੇਖੋ, ਅਫੀਸ਼ੀਅਲ ਤਾਂ ਦੇ ਹੀ ਨਹੀਂ ਸਕਦੇ, ਬਿਲਕੁਲ ਠੀਕ ਕਹਿ ਰਹੇ ਹੋ। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਸ ਤੋਂ ਪਹਿਲੇ ਵੀ ਬਹੁਤ ਸਾਰੇ ਮੁੱਖ ਮੰਤਰੀ ਏਦਾਂ ਦੇ ਹੁੰਦੇ ਨੇ ਜਾਂ ਮੰਤਰੀ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਹੁਣ ਮੁੱਖ ਮੰਤਰੀ ਭਾਵੇਂ ਤੁਸੀਂ ਦੇਖੋ ਭਗਵੰਤ ਮਾਨ, ਉਹਨਾਂ ਦੀ ਸਿਸਟਰ, ਉਹਨਾਂ ਦੀ ਭੈਣ, ਉਹਨਾਂ ਦੀ ਮਾਤਾ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਹੈ। ਪਰ ਹਾਂ, ਭਾਂਜੇ ਨੂੰ ਸਿਕਿਉਰਿਟੀ ਵਾਲੀ ਪਹਿਲੀ ਗੱਲ ਹੈ। ਜਿਹੜੀ ਭਗਵੰਤ ਮਾਨ ਉਹਨਾਂ ਦੀ ਸਿਸਟਰ ਨੂੰ, ਭੈਣ ਨੂੰ ਜਾਂ ਮਾਂ ਨੂੰ ਸਿਕਿਉਰਿਟੀ ਦਿੱਤੀ ਹੈ, ਉਹ ਔਨ ਰਿਕਾਰਡ ਦਿੱਤੀ ਹੈ। ਉਹ ਇਮੀਡੀਏਟ ਫੈਮਿਲੀ ਨੂੰ ਉਹ ਸਿਕਿਉਰਿਟੀ ਦਿੱਤੀ ਜਾ ਸਕਦੀ ਹੈ। ਜਦ ਗੱਲ ਹਨੀ ਦੀ ਆਉਂਦੀ ਹੈ ਤੇ ਹਨੀ ਨੂੰ ਕਿਸ ਆਧਾਰ ਦੇ ਉੱਤੇ ਸਿਕਿਉਰਿਟੀ ਦਿੱਤੀ ਗਈ ਹੈ, ਜਦ ਕਿ ਉਹਨਾਂ ਦੇ ਕੋਲ ਕੋਈ ਚੇਅਰਮੈਨ ਜਾਂ ਕੋਈ ਹੋਰ ਉਹਦਾ ਵੀ ਨਹੀਂ ਸੀਗਾ। ਹਾਂ, ਇਹਨਾਂ ਦਾ ਮੁੱਖ ਮੰਤਰੀ ਨਿਵਾਸ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ। ਔਰ ਜਦ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀਗੇ, ਉਹ ਆਪਣੇ ਆਫੀਸ਼ੀਅਲ ਨਿਵਾਸ ਦੇ ਵਿੱਚ ਸ਼ਿਫਟ ਨਹੀਂ ਹੋਏ ਸੀ। ਜਿੱਥੇ ਉਹ ਬਤੌਰ ਮੰਤਰੀ ਰਹਿ ਰਹੇ ਸੀ ਉੱਥੇ ਹੀ ਉਹਨਾਂ ਨੇ ਰਹਿਣਾ ਪਸੰਦ ਕੀਤਾ ਸੀ। ਪਰ ਜਿਹੜਾ ਆਫੀਸ਼ੀਅਲ ਮੁੱਖ ਮੰਤਰੀ ਦਾ ਘਰ ਸੀਗਾ, ਉੱਥੇ ਹਨੀ ਉਹਨਾਂ ਦਾ ਅਕਸਰ ਆਣਾ ਜਾਣਾ, 18 ਤੋਂ 22 ਕਮਾਂਡੋ ਦੇ ਨਾਲ ਘਿਰੇ ਰਹਿਣਾ, 2 ਐਸਕੋਰਟ ਗੱਡੀਆਂ ਦਾ ਦਿੱਤਾ ਜਾਣਾ, ਇਹ ਕਿਸੇ ਨਾ ਕਿਸੇ ਅਫਸਰ ਦੇ ਆਰਡਰ ਦੇ ਹਿਸਾਬ ਨਾਲ ਹੋਣਗੇ ਜਾਂ ਲਿਖਤ ਦੇ ਵਿੱਚ ਇਹ ਚੀਜ਼ਾਂ ਲੈ ਕੇ ਨਹੀਂ ਆਈ ਹੋਣਗੀਆਂ। ਵਿਜੀਲੈਂਸ ਨੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਹੈ। ਔਰ ਚੰਨੀ ਹੋਣਾ ਫਿਰ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਮੇਰੇ ਮਗਰ ਹੀ ਪੈ ਗਏ ਨੇ ਭਗਵੰਤ ਮਾਨ ਹੋਣਾ। ਜਦ 2 ਕਰੋੜ ਦੀ ਗੱਲ ਹੋਈ ਸੀ ਤਦ ਵੀ ਇਹ ਗੱਲ ਕੀਤੀ ਸੀ ਉਹਨਾਂ ਨੇ।
ਉਸ ਤੋਂ ਪਹਿਲੇ ਵਿਜੀਲੈਂਸ ਨੇ ਜਦੋਂ ਉਹਨਾਂ ਨੂੰ ਬੁਲਾਇਆ ਸੀ ਤਦ ਵੀ ਉਹਨਾਂ ਨੇ ਇਹੀ ਕਿਹਾ ਸੀ ਕਿ ਮੇਰੇ ਮਗਰ ਪੈ ਗਏ ਨੇ, ਗਰੀਬ ਬੰਦੇ ਦੇ ਮਗਰ ਹੀ ਪੈ ਗਏ ਨੇ। ਹੁਣ ਹੋ ਸਕਦਾ ਹਨੀ ਦੇ ਮੁੱਦੇ ਦੇ ਉੱਤੇ ਵੀ ਚੰਨੀ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਹੋਣ ਵੀ ਮੇਰੇ ਵਰਗੇ ਗਰੀਬ ਬੰਦੇ ਦੇ ਮਗਰ ਹੀ ਪੈ ਗਏ ਨੇ, ਮੇਰੇ ਹਨੀ ਵੀ ਨਹੀਂ ਛੱਡਿਆ ਇਹਨਾਂ ਨੇ। ਔਰ ਹਨੀ ਤੇ ਪਹਿਲੇ ਵੀ ਕਾਫੀ ਟਾਈਮ ਤੱਕ ਅੰਦਰ ਰਹਿ ਕੇ ਆ ਚੁੱਕਾ ਹੈ। ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਵਿਜੀਲੈਂਸ ਇਹ ਵੀ ਜਾਂਚ ਕਰਦੀ ਹੈ ਕਿ ਕਿਹੜੇ ਅਫਸਰ ਨੇ ਉਹ ਨਿਯੁਕਤੀਆਂ ਜਾਂ ਉਹਨਾਂ ਲੋਕਾਂ ਨੂੰ ਡਿਪਿਊਟ ਕੀਤਾ ਸੀਗਾ। ਇੰਦਰਪ੍ਰੀਤ ਜੀ, ਇਹ ਗੱਲ ਤਾਂ ਅਹਿਮ ਹੁੰਦੀ ਹੈ। ਮੁੱਖ ਮੰਤਰੀ ਡਾਇਰੈਕਟ ਆਪ ਤਾਂ ਕਹਿੰਦਾ ਨਹੀਂ ਵੱਖ-ਵੱਖ ਕਮਾਂਡੋਜ਼ ਨੂੰ ਵੀ ਤੂੰ ਵੀ ਚੱਲ ਜਾ, ਤੂੰ ਵੀ ਚੱਲ ਜਾ। ਕਿਸੇ ਨੂੰ ਕੋਈ ਅਫਸਰ ਹੀ ਭੇਜਦਾ ਹੋਊਗਾ, ਉਹ ਫਿਰ ਰਜਿਸਟਰ 'ਚ ਕੁਝ ਲਿਖਿਆ ਜਾਂਦਾ ਹੋਊਗਾ ਵੀ ਅਫੀਸ਼ੀਅਲੀ ਇਹ ਕਿਹਦੇ ਨਾਲ ਆ। ਇਹ ਘੱਟੋ ਘੱਟ ਜਾਂਚ ਦਾ ਵਿਸ਼ਾ ਬਣਾਉਣਾ ਚਾਹੀਦਾ। ਜਿਹੜੇ ਅੱਖਾਂ ਬੰਦ ਕਰਕੇ ਉਹਨਾਂ ਦਿਨਾਂ 'ਚ ਅਫਸਰ ਸਹੀ ਤੇ ਸਹੀ ਪਈ ਜਾਂਦੇ ਆ, ਘੱਟੋ ਘੱਟ ਇਹ ਅੱਗੇ ਕੁਝ ਉਦਾਹਰਨਾਂ ਸੈੱਟ ਹੋਣ। ਇਹ ਡੀਜੀਪੀ ਵਿਜੀਲੈਂਸ ਜ਼ਰੂਰ ਦੇਖਣ ਤੇ ਘੱਟੋ ਘੱਟ ਅਫਸਰਾਂ ਵੱਲੋਂ ਵੀ ਥੋੜੀ ਜਿਹੀ ਸੂਈ ਲਿਆਉਣ, ਸਾਂਝਾ ਹੀ ਨਾ ਪਾਲੀ ਜਾਣ। ਏਦਾਂ ਵੀ ਨਹੀਂ ਹੁੰਦਾ। ਖੈਰ, ਮੈਂ ਲਾਸਟ ਵਿੱਚ ਤੁਹਾਡੇ ਕੋਲ ਆਊਂਗਾ। ਕੱਲ ਕੇਂਦਰ ਨੇ ਬਹੁਤ ਜ਼ੋਰਦਾਰ ਆਪਣਾ ਇਸ ਪ੍ਰਾਪਤੀ ਨੂੰ ਦਰਸਾਇਆ, ਹੁੱਬ ਕੇ ਕਿਹਾ ਕਿ ਦੇਖੋ ਅਸੀਂ ਕਿੰਨੀ MSP ਵਧਾਤੀ ਹੈ। ਘੱਟੋ ਘੱਟ ਖਰੀਦ ਕੀਮਤ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਅਨਾਉਂਸ ਹੋਈ ਹੈ। ਬਹੁਤ ਸਾਰੀਆਂ ਫਸਲਾਂ ਦੀ ਹੋਈ ਹੈ। ਸਾਡੇ ਤੇ ਇੱਥੇ ਝੋਨਾ ਕਣਕ ਹੀ ਚੱਕੀ ਦਾ ਹੈ, ਬਾਕੀ ਦਾ ਰੌਲੇ ਹੀ ਰਹਿੰਦੇ ਆ। ਖੈਰ, ਇਹਦੇ ਉੱਤੇ ਤੁਸੀਂ ਮੈਨੂੰ ਆਪਣਾ ਵਿਊ ਪੁਆਇੰਟ ਜ਼ਰੂਰ ਦਿਓ, ਕਿਉਂਕਿ ਤੁਹਾਡੇ ਕੋਲ ਕਾਫੀ ਅਹਿਮ ਜਾਣਕਾਰੀਆਂ ਹੁੰਦੀਆਂ। ਰੰਧਾਵਾ ਸਾਹਿਬ, ਜਿਹੜੇ ਕੱਲ ਮਤਲਬ ਜਿੰਨੀਆਂ ਵੀ ਖਰੀਦ ਦੀਆਂ ਫਸਲਾਂ ਹੈਗੀਆਂ ਨੇ ਉਸ ਤੇ ਜਿਹੜੀ MSP ਅਨਾਉਂਸ ਕੀਤੀ ਹੈ, ਨੋ ਡਾਊਟ ਕਿ ਉਹ ਪਹਿਲਾਂ ਜਿੰਨੀਆਂ MSP ਅਨਾਉਂਸ ਹੁੰਦੀਆਂ ਰਹੀਆਂ ਉਸ ਤੋਂ ਕਿਤੇ ਜ਼ਿਆਦਾ ਹੈਗੀਆਂ ਨੇ। ਇਸ ਗੱਲ ਲਈ ਸਾਨੂੰ ਉਹ ਰੱਖਣੇ। ਔਰ ਪਹਿਲਾਂ ਕਲੀਅਰ ਕਰੋ, ਖਰੀਫ ਨੂੰ ਸਾਉਣੀ ਕਹਿੰਦੇ ਕਿ ਹਾੜੀ ਕਹਿੰਦੇ? ਜਿਹੜੀ ਆ ਸੌਣੀ ਹੈ ਹੁਣ, ਜਿਹੜੀ ਸੌਣੀ ਅਸੀਂ ਹਾੜ 'ਚ ਬੈਠੇ ਆ, ਜਿਹੜੀ ਹੁਣ ਲੱਗਣੀ ਹੈ ਉਹ ਸਾਉਣ 'ਚ ਜਾ ਕੇ ਪੱਕਣੀ। ਹਾਂ, ਤੇ ਉਹਦੇ ਵਿੱਚ ਰੰਧਾਵਾ ਸਾਹਿਬ ਜਿਹੜੀਆਂ ਵੀ ਇਹ ਹੋਈਆਂ, ਨੋ ਡਾਊਟ ਕਿ ਇਹ ਕਾਫੀ ਅੱਛੀ ਕੀਮਤ ਵਧਾਈ ਹੈ। ਔਰ ਇਸ ਵਾਰ ਜੇ ਅੱਗੇ ਫਾਰਮਰਸ ਦਾ ਇਹ ਹੁੰਦਾ ਸੀ ਵੀ ਤੁਸੀਂ ਵਧਾ ਤਾਂ ਦਿੰਦੇ ਹੋ 50 ਰੁਪਏ ਮੰਨ ਲਓ, ਤਾਂ ਉਹਦੇ ਪੈਰਲਰ ਹੀ ਤੁਸੀਂ ਫਿਰ ਜਿਹੜੀ ਇਨਪੁਟ ਕਾਸਟ ਹੈ, ਚਾਹੇ ਉਹ ਡੀਜ਼ਲ ਹੋਣ, ਬੀਜ ਹੋਣ, ਦਵਾਈਆਂ ਹੋਣ, ਉਹਨਾਂ ਦੇ ਵੀ ਉਨੀਆਂ ਹੀ ਵਧਾ ਦਿੰਦੇ ਹੋ ਜਾਂ ਉਸ ਤੋਂ ਵੀ ਜ਼ਿਆਦਾ ਵਧਾ ਦਿੰਦੇ ਹੋ। ਪਰ ਪਿਛਲੇ ਜੇ ਤੁਸੀਂ 6 ਮਹੀਨੇ ਤੋਂ ਦੇਖੋ ਜਾਂ 5-6 ਮਹੀਨੇ ਤੋਂ, ਤਾਂ ਮੈਂ ਲਗਾਤਾਰ ਅਸੀਂ ਕਿਉਂਕਿ ਭਰਦੇ ਰਹਿੰਦੇ ਆ ਆਪਣੇ ਬਿੱਲ, ਤਾਂ ਉਸ ਤੇ ਆਇਆ ਕਿ ਹਜੇ ਤੱਕ ਕਦੇ ਵੀ ਡੀਜ਼ਲ ਦੇ ਰੇਟਸ ਉਹਨਾਂ ਇਨਕਰੀਜ਼ ਨਹੀਂ ਹੋਏ, ਔਰ ਨਾ ਹੀ ਜਿਹੜੀਆਂ ਦੂਜੀਆਂ ਦਵਾਈਆਂ ਦੇ ਤੇ ਬੀਜਾਂ ਦੇ ਰੇਟ ਇਨਕਰੀਜ਼ ਹੋਏ ਆ, ਜਿਹਦਾ ਅਨੁਪਾਤ ਆਪਾਂ ਪਹਿਲਾਂ ਲਗਾਉਂਦੇ ਹੁੰਦੇ ਆ। ਪਰ ਇੱਥੇ ਸਵਾਲ ਵਧਾਉਣ ਦਾ ਨਹੀਂ ਹੈ। ਮੈਂ ਜਿਵੇਂ ਪਹਿਲਾਂ ਤੁਹਾਨੂੰ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਇੱਕ ਟਿੱਪਣੀ ਕਰ ਰਿਹਾ ਸੀ ਮੈਂ ਕਿ ਵਧਾਣਾ ਹੈ 10% ਕਿਉਂ ਵਧਾ ਰਹੇ ਹੋ? 20 ਵਧਾਓ, 30 ਵਧਾਓ, 50 ਤੱਕ ਵਧਾ ਦਿਓ, ਕੀ ਦਿੱਕਤ ਹੈ? ਇਲੈਕਸ਼ਨ ਈਅਰ ਹੈ, ਪੂਰਾ ਨਾਮ ਖੱਟੋ ਆਪਣਾ ਕਿ ਅਸੀਂ 50% ਵਧਾਤਾ ਹੈ, ਕਿਉਂਕਿ ਇਸ ਵਧਾਉਣ ਦਾ ਕੋਈ ਮੁੱਲ ਹੀ ਨਹੀਂ ਜੇਕਰ ਤੁਸੀਂ ਉਹਨੂੰ ਖਰੀਦਣਾ ਨਹੀਂ ਹੈ। ਸਪੋਜ਼ ਹੁਣ ਤੁਸੀਂ ਸਿਵਾਏ ਇਹ ਜਿਹੜੀਆਂ ਅੱਜ ਮੈਂ ਦੇਖ ਰਿਹਾ ਅਖਬਾਰਾਂ ਦੇ ਵਿੱਚ ਲਗਭਗ 10 ਜਾਂ 11 ਫਸਲਾਂ ਨੇ, ਜਵਾਰ, ਮੂੰਗ, ਅਰਹਰ, ਪਤਾ ਨਹੀਂ ਕੀ ਹੈ, ਪਰ ਖਰੀਦਦਾ ਕੌਣ ਇਹਨੂੰ? ਕੀ ਇਹਦੀ ਕੋਈ ਖਰੀਦ ਹੁੰਦੀ ਹੈ? ਇਸ ਪ੍ਰੈਸ ਕਾਨਫਰੰਸ 'ਚ ਕੱਲ ਪਿਊਸ਼ ਗੋਇਲ ਨੇ ਖੁਦ ਕਿਹਾ ਵੀ ਅਸੀਂ 40% ਤੋਂ ਜ਼ਿਆਦਾ ਮੂੰਗ ਨਹੀਂ ਖਰੀਦਾਂਗੇ। ਫਿਰ ਬਾਹਰੋਂ ਕਿਉਂ ਮੰਗਾ ਰਹੇ ਹੋ ਜੇ 40% ਤੋਂ ਜ਼ਿਆਦਾ ਤੁਸੀਂ ਆਪਣੇ ਤੋਂ ਖਰੀਦਣੀ ਨਹੀਂ? ਫਿਰ ਜਿਹੜੀ ਅਸੀਂ 75,000 ਕਰੋੜ ਰੁਪਏ ਦੀ ਹਰ ਸਾਲ ਦਾਲ ਬਾਹਰੋਂ ਮੰਗਾ ਰਹੇ ਹਾਂ, ਫਿਰ ਉਹ ਕਿਉਂ ਮੰਗਾ ਰਹੇ ਹਾਂ? ਅਸੀਂ ਆਪਣੇ ਨੂੰ ਤਾਂ ਦੇਣਾ ਨਹੀਂ ਹੈ, ਇਹਨਾਂ ਨੂੰ ਬਾਹਰਲੇ ਕਿਸਾਨਾਂ ਨੂੰ ਅਸੀਂ ਦੇਈ ਜਾਣਾ ਹੈ। ਸੋ ਇੱਕ ਤਾਂ ਸਵਾਲ ਇਹ ਹੈ ਇਹਦੇ ਵਿੱਚ। ਦੂਜਾ ਸਵਾਲ ਮੇਰਾ ਇਹ ਹੈਗਾ ਇਹਦੇ ਵਿੱਚ ਕਿ ਠੀਕ ਹੈ ਤੁਸੀਂ ਆਪ ਨਾ ਖਰੀਦੋ, ਪਰ ਕੀ ਕੋਈ ਤੁਸੀਂ ਕਾਨੂੰਨ ਇਸ ਤਰ੍ਹਾਂ ਦਾ ਲਿਆ ਸਕਦੇ ਹੋ ਕਿ ਯਾਰ ਕਿਉਂਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇ ਰਹੇ ਹਾਂ, ਇਹ ਮੈਕਸਿਮਮ ਨਹੀਂ ਹੈ, ਇਹ ਮਿਨੀਮਮ ਹੈ ਵੀ ਇੰਨਾ ਤਾਂ ਘੱਟੋ ਘੱਟ ਕਿਸਾਨ ਨੂੰ ਮਿਲਣਾ ਹੀ ਚਾਹੀਦਾ ਹੈ। ਤਾਂ ਤੁਸੀਂ ਕੀ ਵਪਾਰੀਆਂ ਨੂੰ, ਜਿਹੜੇ ਪ੍ਰਾਈਵੇਟ ਸੈਕਟਰ, ਤੁਸੀਂ ਨਾ ਖਰੀਦੋ, ਲੇਕਿਨ ਵਪਾਰੀਆਂ ਦੇ ਉੱਤੇ ਤੁਸੀਂ ਕੀ ਇਹ ਲਗਾ ਸਕਦੇ ਹੋ ਵੀ ਯਾਰ ਇਸ ਤੋਂ ਘੱਟ ਤੁਹਾਨੂੰ ਖਰੀਦੀ ਅਲਾਉਡ ਨਹੀਂ ਹੈ, ਇੰਨਾ ਤੋਂ ਹੀ ਘੱਟ ਉੱਪਰ ਖਰੀਦਣਾ ਪਊਗਾ, ਇਸ ਤੋਂ ਘੱਟ ਤੁਸੀਂ ਨਹੀਂ ਖਰੀਦ ਸਕਦੇ, ਨਹੀਂ ਤਾਂ ਤੁਹਾਡੇ ਤੇ ਪਰਚਾ ਹੋਏਗਾ। ਕੀ ਘੱਟੋ ਘੱਟ ਇਹ ਜਿਹਾ ਕੋਈ ਕਾਨੂੰਨ ਲਿਆਓ। ਹਰਿਆਣਾ ਦੇ ਵਿੱਚ ਕੱਲ ਜ਼ਬਰਦਸਤ ਲਾਠੀ ਚਾਰਜ ਹੋਇਆ, ਸਭ ਨੂੰ ਪਤਾ ਹੈ। ਅੱਜ ਵੀ ਉਹਨਾਂ ਨੇ ਹਾਈਵੇ ਰੋਕੇ ਪਏ ਨੇ, 4-5 ਹਾਈਵੇ ਅੱਜ ਵੀ ਉਹਨਾਂ ਨੇ ਰੋਕਤੇ ਆ। ਉਹਨਾਂ ਦਾ ਗੁਰਨਾਮ ਸਿੰਘ ਚੜੂਨੀ ਜਿਹੜਾ ਹੈਗੇ ਆ ਫਾਰਮਰ ਲੀਡਰ, ਉਹਨਾਂ ਨੂੰ ਅੰਦਰ ਕੀਤਾ ਹੋਇਆ ਤੇ ਬਹੁਤ ਐਜੀਟੇਸ਼ਨ ਹੋ ਰਹੀ ਹੈ ਅੱਜ ਵੀ। ਉਹ ਕਿਉਂ ਹੋ ਰਹੀ ਹੈ ਕਿ ਕਿਸਾਨ ਉੱਥੇ ਮੰਗ ਰਿਹਾ ਵੀ ਸੂਰਜਮੁਖੀ ਦੀ ਜਿਹੜੀ ਫਸਲ ਤੁਸੀਂ ਸਾਡੇ ਤੋਂ ਉਗਵਾਈ ਹੈ ਉਹਦਾ ਸਾਨੂੰ ਉਹ MSP ਤੇ ਖਰੀਦੋ। ਸਵਾਲ ਉੱਥੇ ਹੀ ਆ ਗਿਆ ਨਾ, ਜਿਹੜੀ ਮੈਂ ਗੱਲ ਹੁਣੇ ਕਰ ਰਿਹਾ ਵੀ ਸਰਕਾਰ ਨੇ ਜੇ MSP ਤੇ ਖਰੀਦਣੀ ਨਹੀਂ ਤਾਂ ਅੱਜ MSP ਦਾ ਇੱਥੇ 143 ਰੁਪਏ ਦਿਖਾਇਆ ਹੋਇਆ, 143 ਰੁਪਏ ਤੁਸੀਂ ਵਧਾਤਾ, ਉਹਨਾਂ ਨੂੰ ਕੀ ਮੁੱਲ ਹੈ ਇਸਦਾ ਜੇ ਤੁਸੀਂ ਖਰੀਦਣਾ ਹੀ ਨਹੀਂ? ਜੇ ਖਰੀਦਣਾ ਤਾਂ ਉਹ ਅੱਧ ਮੁੱਲ 'ਚ ਹੈ ਤਾਂ ਫਿਰ 143 ਵਧਾ ਲਓ ਜਾਂ 1043 ਵਧਾ ਦਿੰਦੇ, ਤਾਂ ਇਹਦਾ ਕੋਈ ਅਰਥ ਨਹੀਂ ਜੇ ਤੁਸੀਂ ਇਸ ਭਾਅ ਦੇ ਉੱਤੇ
ਚੀਜ਼ਾਂ ਨਹੀਂ ਖਰੀਦਣੀਆਂ। ਸੋ ਮੇਰਾ ਸਵਾਲ ਫਿਰ ਉਤੇ ਮੈਂ ਇਹ ਨਹੀਂ ਕਹੂੰਗਾ ਕਿ ਐਤਕੀ ਜਿਹੜੀ MSP ਹੈ ਉਹ ਘੱਟ ਵਧਾਈ ਹੈ ਤੇ ਇਨਪੁਟਸ ਕਾਸਟ ਜ਼ਿਆਦਾ ਕਿਸਾਨਾਂ ਦੀ ਵੱਧ ਗਈ ਹੈ। ਮੈਂ ਇਹਦਾ ਬੁਨਿਆਦੀ ਸਵਾਲ ਉਠਾ ਰਿਹਾ ਕਿ ਜੇ ਇਸ ਕੀਮਤਾਂ ਤੇ ਇਹ ਨਹੀਂ ਚੱਕਣੀਆਂ ਤਾਂ ਮੇਰਾ ਖਿਆਲ ਹੈ ਕਿ ਇਹ ਅਨਾਉਂਸਮੈਂਟਸ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਬਿਲਕੁਲ ਠੀਕ ਹੈ, ਇਹ ਅਨਾਉਂਸਮੈਂਟਸ ਨਹੀਂ ਹੋਣੀਆਂ ਚਾਹੀਦੀਆਂ, ਇਹ ਮੂੰਹ ਰੱਖਣੀਆਂ, ਇਹ ਰਸਮ ਦਿਖਾਵਾ, ਇਹ ਛੱਡ ਦੇਣਾ ਚਾਹੀਦਾ ਹੈ। ਪਰ ਇਹਦੇ ਸਿਰ ਤੇ ਤਾਂ ਰਾਜਨੀਤੀ ਚੱਲਦੀ ਹੈ ਜੀ। ਨਾਲੇ ਤੁਹਾਡੇ ਸਾਡੇ ਕਹਿਣ ਤੇ ਕੁਝ ਹੋਣ ਲੱਗੇ ਫਿਰ ਤਾਂ ਗੱਲ ਹੋ ਗਈ, ਸਾਡੀ ਤਾਂ ਇੱਥੇ ਨਹੀਂ ਕੁਝ ਸੁਣਦਾ, ਰੌਲਾ ਰੱਪਾ ਪਾ ਕੇ ਹਟ ਜਾਈਦਾ। ਖੈਰ ਅਸੀਂ ਇਕੱਲੇ ਥੋੜੀ ਬੋਲਣ ਵਾਲੇ, ਬਹੁਤ ਲੋਕ ਬੋਲ ਰਹੇ ਆ, ਔਰ ਬੋਲਣਾ ਮੀਨਿੰਗਫੁਲ ਉਦੋਂ ਹੁੰਦਾ ਜਦੋਂ ਤੁਹਾਨੂੰ ਸੁਣਿਆ ਜਾ ਰਿਹਾ ਹੋਵੇ। ਸੋ ਅਸੀਂ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਇਸ ਗੱਲਬਾਤ ਨੂੰ ਵਿਰਾਮ ਦਿੰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।